ਹੈਲੋ एवरीवन। ਅੱਜ ਅਸੀਂ ਕਰੰਟ ਇਸ਼ੂਜ਼ ਦਾ ਲੈਕਚਰ 5th ਦੇਖਾਂਗੇ। ਇਸ ਵਿੱਚ ਜੋ ਆਪਾਂ ਅੱਜ ਟੌਪਿਕ ਡਿਸਕਸ ਕਰਾਂਗੇ ਉਸ ਨੂੰ ਲੈ ਕੇ ਮੈਂ ਤੁਹਾਨੂੰ ਪਹਿਲੀ ਇੱਕ ਕੰਸਰਨ ਕਰ ਦੇਵਾਂ, ਮਤਲਬ ਕਿ ਤੁਹਾਨੂੰ ਪਹਿਲੀ ਅਵੇਅਰ ਕਰਾ ਦੇਵਾਂ ਕਿ ਮੇਰਾ ਕੋਈ ਵੀ ਕਿਸੇ ਦੇ ਸੈਂਟੀਮੈਂਟਸ ਹਰਟ ਕਰਨ ਦਾ ਬਿਲਕੁਲ ਇਰਾਦਾ ਨਹੀਂ ਹੈ। ਮੈਂ ਸਿਰਫ ਸਬਜੈਕਟਿਵ ਵਾਈਜ਼ ਚੱਲ ਰਿਹਾ। ਜੋ ਇੱਕ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ, ਜੋ ਇੱਕ ਮੇਨਸ ਅਸਰ ਐਂਟਿਕ ਵਿੱਚ ਪੁੱਛਿਆ ਜਾਂਦਾ ਹੈ, ਉਸ ਹਿਸਾਬ ਸਿਰ ਉਸ ਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਡਨ। ਸੋ ਇਸ ਨੂੰ ਬਿਲਕੁਲ ਵੀ ਆਪਣੇ ਨੈਸ਼ਨਲਿਜ਼ਮ ਉੱਪਰ ਨਾਲ ਲੈਣਾ, ਕਿਉਂਕਿ ਮੈਂ ਜਦੋਂ ਇਹ ਸੀਰੀਜ਼ ਸਟਾਰਟ ਕੀਤੀ ਸੀ ਮੈਂ ਉਦੋਂ ਹੀ ਤੁਹਾਨੂੰ ਕਿਹਾ ਸੀ ਕਿ ਮੈਂ ਲੈਕਚਰ ਦੀ ਸੀਰੀਜ਼ ਲੈ ਕੇ ਆਵਾਂਗਾ ਜਿਸ ਵਿੱਚ ਆਪਾਂ ਆਪਣੇ ਐਗਜ਼ਾਮ ਦੇ ਮਤਲਬ ਕਿ ਆਪਾਂ ਲਿੰਕ ਨਾਲ ਸਾਰੀ ਗੱਲਾਂ ਕਰਾਂਗੇ। ਇਸ ਵਿੱਚ ਮੈਂ ਐਗਜ਼ਾਮ ਦੇ ਲਿੰਕ ਨਾਲ ਦੀ ਗੱਲ ਕਰਾਂਗਾ। ਇਸ ਵਿੱਚ ਸਿਰਫ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਹੈ। ਤਾਂ ਮੈਂ ਇਸ ਗੱਲ ਨੂੰ ਐਕਸਪਲੇਨ ਇਸ ਕਰਕੇ ਕਰ ਰਿਹਾ ਕਿਉਂਕਿ ਪਿਛਲੇ ਕੋਈ ਲੈਕਚਰ ਵਿੱਚ ਤਾਂ ਚਲੋ ਆਪਾਂ ਨੋਰਮਲ ਫੈਕਚੁਅਲ ਗੱਲਾਂ ਹੀ ਕਰ ਰਹੇ ਸੀ। ਅੱਜ ਮੈਂ ਜਿਸ ਟੌਪਿਕ ਉੱਪਰ ਡਿਸਕਸ ਕਰਨ ਜਾ ਰਿਹਾ ਉਹ ਸ਼ਾਇਦ ਕਿਸੇ ਨੂੰ ਥੋੜ੍ਹਾ ਜਿਹਾ ਹਰਟ ਕਰ ਸਕਦਾ ਹੈ ਜਾਂ ਕਿਸੇ ਨੂੰ ਮਤਲਬ ਕਿ ਨਾਮ ਹੈ ਕਿਸੇ ਦੇ ਦਿਲ ਨਾਲ ਜੁੜੀ ਹੋ ਸਕਦੀ ਹੈ, ਕਿਉਂਕਿ ਆਪਾਂ ਨੈਸ਼ਨਲਿਜ਼ਮ ਦੀ ਗੱਲ ਹਮੇਸ਼ਾ ਅੱਜ ਦੇ ਟਾਈਮ ਵਿੱਚ ਬਹੁਤ ਜ਼ਿਆਦਾ ਸੈਂਸਿਟਿਵ ਬਣ ਚੁੱਕਾ ਹੈ। ਤਾਂ ਤੁਹਾਨੂੰ ਪਹਿਲਾਂ ਹੀ ਕਹਿ ਤਾ ਕਿ ਮੇਰਾ ਐਸਾ ਕੋਈ ਇਰਾਦਾ ਨਹੀਂ ਹੈ ਕਿਸੇ ਦੇ ਸੈਂਟੀਮੈਂਟਸ ਹਰਟ ਕਰਨ ਨੂੰ। ਤਾਂ ਮੈਂ ਸਿਰਫ ਐਗਜ਼ਾਮ ਦੇ ਰਿਸਪੈਕਟਿਵ ਸਾਰੀ ਚੀਜ਼ਾਂ ਹੀ ਗੱਲ ਕਰਾਂਗਾ। ਸਮਝ ਗਏ ਨਾ। ਤਾਂ ਆਪਣਾ ਜਿਹੜਾ ਟੌਪਿਕ ਹੈ ਉਹ ਹੈ ਕੰਸਰਨ ਅਬਾਊਟ ਡੈਮੋਕ੍ਰੇਸੀ ਇਨ ਦਾ ਡਿਜੀਟਲ ਏਜ, ਯਾਨੀ ਕਿ ਆਪਾਂ ਡੈਮੋਕ੍ਰੇਸੀ ਨੂੰ ਲੈ ਕੇ ਚੱਲ ਰਹੇ ਹਾਂ। ਕਿ ਮੰਨ ਲਓ ਤੁਸੀਂ ਐਗਜ਼ਾਮਪਲ ਹੀ ਦਿੰਦਾ ਤੁਹਾਨੂੰ ਮੈਂ, ਹੁਣੇ ਪਿੱਛੇ ਚਾਈਨੀਜ਼ ਐਪਸ ਨੂੰ ਆਪਾਂ ਨੇ ਬੈਨ ਕੀਤਾ ਹੈ। ਡਨ। ਤਾਂ ਬਿਨਾਂ ਜੇ ਮੈਂ ਇੱਕ ਇੰਟਲੈਕਚੁਅਲ ਮਾਈਂਡ ਨਾਲ ਗੱਲ ਕਰਾਂ, ਤੁਸੀਂ ਇੱਕ ਨੋਰਮਲ ਇਸਦੇ ਦੋ ਪੱਖ ਲੈ ਸਕਦੇ ਹੋ। ਇੱਕ ਪੱਖ ਕਹਿ ਸਕਦੇ ਹੋ ਹਾਂ ਕਰਨਾ ਚਾਹੀਦਾ ਕਿਉਂਕਿ ਚਾਈਨਾ ਸਾਡੇ ਨਾਲ ਕੰਮ ਬਹੁਤ ਖਰਾਬ ਕਰ ਰਿਹਾ ਤਾਂ ਸਾਨੂੰ ਬੈਨ ਕਰਨਾ ਚਾਹੀਦਾ। ਡਨ। ਇਹ ਹੋ ਜਾਏਗੀ ਬਿਲਕੁਲ ਹੀ ਨਾ ਮਤਲਬ ਕਿ ਅੱਖਾਂ ਬੰਦ ਕਰਨ ਵਾਲੀ ਗੱਲਾਂ ਕਿ ਹਾਂ ਭਾਈ ਨੈਸ਼ਨਲਿਜ਼ਮ ਹੈ, ਆਪਣੇ ਦੇਸ਼ ਬਾਰੇ ਗੱਲ ਕਰ ਰਹੇ ਹਾਂ ਤਾਂ ਆਲਰੇਡੀ ਹੈ ਕਿ ਹਾਂ ਚਾਈਨੀਜ਼ ਚੀਜ਼ਾਂ ਦੀ ਕੋਈ ਵਰਤੋਂ ਨਹੀਂ ਕਰਨੀ, ਕੁਛ ਨਹੀਂ ਕਰਨਾ। ਇਹ ਇੱਕ ਮੈਂ ਤੁਹਾਨੂੰ ਇਸ ਹੋਣੀ ਤੋਂ ਮੈਂ ਸਿਰਫ ਇੱਕ ਚੀਜ਼ ਨੂੰ ਤੁਹਾਡੇ ਸਾਹਮਣੇ ਨਿਕਾਲ ਕੇ ਸਾਹਮਣੇ ਲਿਆਉਣਾ ਚਾਹੁੰਦਾ ਕਿ ਮੰਨ ਲਓ ਕਿ ਚਲੋ ਇਹਨਾਂ ਨੇ ਬੈਨ ਕੀਤਾ, ਮੈਂ ਤੁਹਾਨੂੰ ਪੁੱਛਿਆ, ਤੁਹਾਡੇ ਤੋਂ ਕੰਸੈਂਟ ਲਿੱਤਾ ਕਿ ਹਾਂ ਹਾਂਜੀ ਅਸੀਂ ਬੈਨ ਕਰਨ ਜਾ ਰਹੇ ਹਾਂ। ਤੁਹਾਡੇ ਤੋਂ ਬਿਨਾਂ ਪੁੱਛੇ ਤੁਹਾਡੇ ਸੋਰਸਿਸ ਨੂੰ ਤੁਹਾਡਾ ਹੀ ਜਿਹੜਾ ਇਨਫੋਰਮੇਸ਼ਨ ਆ ਉਸ ਨੂੰ ਆਪਣੇ ਤਰੀਕੇ ਨਾਲ ਬੈਨ ਕਰ ਦਿੱਤਾ। ਮਤਲਬ ਕਿ ਤੁਹਾਡਾ ਨਾ ਤਾਂ ਰਾਈਟ ਜਾਣਨ ਦੀ ਕੋਸ਼ਿਸ਼ ਕੀਤੀ ਨਾ ਪਬਲਿਕ ਓਪੀਨੀਅਨ ਜਾਣਨ ਦੀ ਕੋਸ਼ਿਸ਼ ਕੀਤੀ। ਸਿਰਫ ਉਹਨਾਂ ਨੂੰ ਇਹ ਲੱਗਿਆ ਕਿ ਸਾਡਾ ਜਿਹੜਾ ਪੋਲੀਟਿਕਸ ਨੇਚਰ ਹੈ ਉਸ ਵਿੱਚ ਸਭ ਤੋਂ ਵੱਡਾ ਐਡਵਾਂਟੇਜ ਹੋ ਸਕਦਾ ਹੈ ਤਾਂ ਚਲੋ ਅਸੀਂ ਇਸ ਨੂੰ ਬੈਨ ਕਰ ਦਿੰਦੇ ਹਾਂ। ਇਹ ਸਿਰਫ ਇੱਕ ਸਬਜੈਕਟਿਵ ਵਾਈਜ਼ ਮੈਂ ਗੱਲ ਕਰ ਰਿਹਾ। ਡਨ। ਤਾਂ ਇਸ ਵਿੱਚ ਹੋਰ ਵੀ ਕੁਝ ਕਾਫੀ ਕੁਛ ਹੈ ਜੋ ਨਿਕਲ ਕੇ ਸਾਹਮਣੇ ਆਇਆ ਹੈ। ਤਾਂ ਆਪਾਂ ਡੈਮੋਕ੍ਰੇਸੀ ਦੀ ਸਪਿਰਿਟ ਬਾਰੇ ਗੱਲ ਕਰ ਰਹੇ ਹਾਂ ਕਿਉਂਕਿ ਮੇਨ ਆਨਸਰ ਰਾਈਟਿੰਗ ਦੀ ਡੈਮੋਕ੍ਰੇਸੀ ਬਾਰੇ ਪੁੱਛਿਆ ਜਾ ਸਕਦਾ ਹੈ ਕਿ ਆਪਣੇ ਭਾਰਤ ਵਿੱਚ ਕੁਝ ਐਸੀ ਚੀਜ਼ਾਂ ਹੋਈ ਇਸ ਕਰਕੇ ਡੈਮੋਕ੍ਰੇਸੀ ਨੂੰ ਕਿੱਥੇ ਕੁਝ ਹਰਟ ਤਾਂ ਨਹੀਂ ਹੋਇਆ। ਜੇ ਨਹੀਂ ਹੋਇਆ ਤਾਂ ਵੀ ਦੱਸੋ, ਜੇ ਹੋਇਆ ਤਾਂ ਵੀ ਦੱਸੋ। ਮਤਲਬ ਕਿ ਉਹਨਾਂ ਦਾ ਜਿਹੜਾ ਕੁਐਸਚਨ ਹੋਏਗਾ ਉਹ ਕਦੇ ਵੀ ਇਹ ਨਹੀਂ ਹੋਏਗਾ ਆਪਣੇ ਨੇਸ਼ਨਸ ਦੇ ਅਗੇਂਸਟ ਨਹੀਂ ਹੋਏਗਾ। ਜੋ ਸਾਡੇ ਸਬਜੈਕਟ ਵਿੱਚ ਜੋ ਸਾਡੇ ਐਗਜ਼ਾਮ ਵਿੱਚ ਡੈਮੋਕ੍ਰੇਸੀ ਦੇ ਬਾਰੇ ਜੋ ਦੱਸਿਆ ਹੋਇਆ ਉਸ ਨੂੰ ਲੈ ਕੇ ਗੱਲ ਹੋਏਗੀ। ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਕਿ ਹੁਣ ਜਿਹੜਾ ਮੋਡਰਨਾਈਜੇਸ਼ਨ ਹੈ ਉਸ ਵਿੱਚ ਡੈਮੋਕ੍ਰੇਸੀ ਕਿਸ ਤਰ੍ਹਾਂ ਸਫਰ ਕਰ ਰਹੀ ਹੈ, ਤਾਂ ਉਸ ਵਿੱਚ ਤੁਸੀਂ ਇਸ ਤਰ੍ਹਾਂ ਦੇ ਐਗਜ਼ਾਮਪਲ ਪਾ ਸਕਦੇ ਹੋ। ਸਮਝ ਗਏ ਨਾ। ਮਗਰ ਇਹ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਜਦੋਂ ਵੀ ਤੁਸੀਂ ਕਿਸੇ ਚੀਜ਼ ਦਾ ਐਗਜ਼ਾਮਪਲ ਪਾਓ, ਕਿਸੇ ਨੂੰ ਅੰਗੇਜ ਸਪੋਜ਼ ਕਰੋ ਮੈਂ ਤੁਹਾਡੇ ਸਾਹਮਣੇ ਇੱਕ ਚਾਈਨੀਜ਼ ਬੈਨ ਦੀ ਗੱਲ ਕੀਤੀ ਤਾਂ ਉਹਦੇ ਸਾਹਮਣੇ ਤੁਹਾਨੂੰ ਮੈਂ ਇੱਕ ਪੱਖ ਰੱਖਿਆ ਤੁਹਾਡੇ ਸਾਹਮਣੇ। ਕਈਆਂ ਦਿਮਾਗ 'ਚ ਆਏਗਾ ਹਾਂ ਨਾ ਗੱਲ ਠੀਕ ਹੈ ਬਿਲਕੁਲ, ਬਟ ਇਸ ਨੂੰ ਨਾ ਇੱਕ ਥੋਟ 'ਚ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਸ ਨੂੰ ਬੈਲੈਂਸ ਕਰਨਾ ਜ਼ਰੂਰੀ ਹੈ। ਮੈਂ ਤੁਹਾਨੂੰ ਜਦੋਂ ਇਹ ਸੀਰੀਜ਼ ਸਟਾਰਟ ਕੀਤੀ ਸੀ ਮੈਂ ਪਹਿਲਾਂ ਹੀ ਕਿਹਾ ਸੀ ਕਿ ਮੈਂ ਬੈਲੈਂਸ ਕਰਾਂਗਾ। ਜੇ ਮੈਂ ਕਿਸੇ ਦੇ ਡਿਸਐਡਵਾਂਟੇਜ ਦੱਸਾਂਗਾ ਤਾਂ ਐਡਵਾਂਟੇਜਸ ਵੀ ਦੱਸਾਂਗਾ। ਮਤਲਬ ਕਿ ਜੇ ਮੰਨ ਲਓ ਆਪਣੇ ਦੇਸ਼ ਦੇ ਖਿਲਾਫ ਕੋਈ ਪ੍ਰੋਬਲਮ ਹੈ ਕਿ ਹਾਂ ਭਾਈ ਸਾਡਾ ਕੰਸੈਂਟ ਲਿੱਤਾ ਜਾਂਦਾ, ਡੈਮੋਕ੍ਰੇਸੀ 'ਚ ਪ੍ਰੋਬਲਮ ਹੈ, ਤਾਂ ਮੈਂ ਨਾਲ ਦੀ ਨਾਲ ਇਹ ਵੀ ਦੱਸਾਂਗਾ ਕਿ ਇਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ। ਇਸੇ ਠੀਕ ਕਰਨ ਵਿੱਚ ਗੌਰਮੈਂਟ ਹੋਰ ਕੀ ਕਰ ਰਹੀ ਹੈ, ਵੇ ਹੈਡ ਵੀ ਦੱਸਣਾ ਜ਼ਰੂਰੀ ਹੈ। ਸਮਝੇ। ਚਲੋ ਆਪਾਂ ਕੰਸਰਨ ਅਬਾਊਟ ਡੈਮੋਕ੍ਰੇਸੀ ਇਨ ਡਿਜੀਟਲ ਏਜ ਦੀ ਗੱਲ ਕਰਾਂਗੇ। ਕਹਿੰਦੇ ਇਨ ਦੀ ਟਾਈਮਸ ਆਫ ਦੀ digital age, information asymmetry has become so skewed that it has eroded the very spirit of democracy by limiting the unbiased communication of ideas. ਕਹਿਣ ਦਾ ਭਾਵ ਮੈਂ ਜੇ ਸਾਫ਼ ਜੀ ਗੱਲ ਦੱਸਾਂ, ਜੇ ਆਪਾਂ ਗੱਲ ਕਰੀਏ ਹੁਣ ਕਈ ਚੀਜ਼ਾਂ ਨੂੰ ਐਸਾ ਲੈ ਕੇ ਚੱਲਦੇ ਆ ਕਿ ਮਤਲਬ ਜਿਹੜੀ ਕਮਿਊਨੀਕੇਸ਼ਨ ਦੀ ਜੇ ਮੈਂ ਇਨਫੋਰਮੇਸ਼ਨ ਦੀ ਗੱਲ ਕਰਾਂ ਤਾਂ ਉਸ ਵਿੱਚ ਸਿਰਫ ਇੱਕ ਹੀ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਤਲਬ ਕਿ ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਕਿ ਮੈਂ ਨੈਸ਼ਨਲਿਜ਼ਮ ਦੀ ਗੱਲ ਹੈ ਤਾਂ ਸਾਰੇ ਅਸੀਂ ਜੇ ਨੈਸ਼ਨਲਿਜ਼ਮ ਬਾਰੇ ਅੱਛਾ ਸੋਚਦੇ ਹਾਂ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਬਾਕੀ ਵੀ ਸਾਰੇ ਅੱਛਾ ਸੋਚਣ, ਨੈਸ਼ਨਲਿਜ਼ਮ ਬਾਰੇ ਸੋਚਣ। ਸਮਝੇ।
ਤਾਂ ਮਤਲਬ ਕਿ ਇੱਕ ਇੰਟੈਲੈਕਚੁਅਲ ਮਾਈਂਡ, ਜਿਹੜਾ ਇੰਟੈਲੈਕਚੁਅਲ ਮਾਈਂਡ ਹੁੰਦਾ, ਪੜ੍ਹਿਆ ਲਿਖਿਆ ਦਿਮਾਗ ਹੁੰਦਾ, ਜੋ ਇੱਕ ਐਨਾਲਾਈਜ਼ ਕਰਦਾ ਹੈ, ਜੋ ਐਨਾਲਾਈਜ਼ ਕਰਕੇ ਦੇਖਣ ਦੀ ਕੋਸ਼ਿਸ਼ ਕਰਦਾ ਹੈ, ਜੋ ਆਪਣੀ ਪੜ੍ਹਾਈ ਦਾ ਇਸਤੇਮਾਲ ਆਪਣੇ ਲਾਈਫ ਵਿੱਚ ਕਰਦਾ, ਮਤਲਬ ਆਪਣੀ ਗੌਰਮੈਂਟ ਵਿੱਚ ਜੋ ਕੁਝ ਹੋ ਰਿਹਾ ਉਸ ਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਅਤੇ ਆਪਣੀ ਆਵਾਜ਼ ਰੱਖਦਾ, ਉਹ ਅੱਜ ਬੰਦ ਹੁੰਦੀ ਜਾ ਰਹੀ ਹੈ। ਸਾਰੇ ਅੰਧੇ ਹੋ ਕੇ ਚੱਲ ਰਹੇ ਹੈ, ਉਹ ਇਸ ਗੱਲ ਨੂੰ ਲੈ ਕੇ ਸਾਹਮਣੇ ਆ ਰਿਹਾ ਹੈ। ਤਾਂ ਉਸ ਵਿੱਚ ਡੈਮੋਕ੍ਰੇਸੀ ਨੂੰ ਦਾ ਸਭ ਤੋਂ ਵੱਡਾ ਖਤਰਾ ਪੈ ਰਿਹਾ ਉਸ ਦੇ ਉੱਪਰ। ਤਾਂ ਆਪਾਂ ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਕਿ ਬੈਕਗਰਾਊਂਡ ਕੀ ਹੈ ਇਹਦਾ। ਕਹਿੰਦੇ ਐਟ ਅ ਟਾਈਮ ਵੈਨ ਦ ਇੰਟਰਨੈਟ ਇਜ਼ ਦ ਨਿਊਜ਼ ਐਜ਼ ਐਂਡ ਅ ਟੂਲ ਹੈਜ਼ ਆਲਸੋ ਅ ਵੈਨਿਊ ਫॉर ਆਲ ਪੋਲੀਟੀਕਲ ਹਿਊਜ਼। ਕਹਿੰਦੇ ਇਸ ਟਾਈਮ ਇੰਟਰਨੈਟ ਇੱਕ ਐਸੀ ਚੀਜ਼ ਹੈ ਕਿ ਇੰਨਾ ਵੱਡਾ ਹਥਿਆਰ ਹੈ ਕਿ ਤੁਸੀਂ ਆਪਣੀ ਗੱਲ ਨੂੰ ਪੂਰੇ ਵਰਲਡ ਤੱਕ ਪਹੁੰਚਾ ਸਕਦੇ ਹੋ। ਬਟ ਕਹਿੰਦੇ ਨਾਲ ਦੀ ਨਾਲ ਹੀ ਇਹ ਇੱਕ ਪੋਲੀਟਿਕਸ ਲਈ ਵੀ ਇੱਕ ਐਡਵਾਂਟੇਜ ਹੈ। ਇੰਟਰਨੈਟ ਕਿਸ ਤਰ੍ਹਾਂ ਐਡਵਾਂਟੇਜ ਹੈ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਕਹਿੰਦੇ ਇਟ ਇਜ਼ ਦ ਇੰਪੋਰਟੈਂਟ ਟੂ ਅੰਡਰਸਟੈਂਡ ਹਾਊ ਗੌਰਮੈਂਟ, political parties and citizens are responding to is the new triangular interplay between the data protection, privacy and flow of information। ਤੁਸੀਂ ਪਿੱਛੇ ਕੁਝ ਸੁਣਿਆ ਹੋਣਾ ਕਿ ਗੌਰਮੈਂਟ ਇੱਕ ਬਿੱਲ ਲੈ ਕੇ ਆ ਰਹੀ ਹੈ ਕਿ ਡਾਟਾ ਪ੍ਰੋਟੈਕਸ਼ਨ ਲਈ ਡਨ। ਉਸ ਵਿੱਚ ਕਾਫੀ ਕ੍ਰਿਟਿਸਿਜ਼ਮ ਹੋਇਆ ਸੀ ਕਿ ਤੁਸੀਂ ਕਿਸੇ ਦਾ ਪਰਸਨਲ ਡਾਟਾ ਨੂੰ ਤੁਸੀਂ ਕਿਸ ਤਰ੍ਹਾਂ ਯੂਜ਼ ਕਰੋਗੇ, ਉਸਦੀ ਪੋਲਿਸੀ ਤੁਸੀਂ ਕਿਸ ਤਰ੍ਹਾਂ ਡਿਫਾਈਨ ਕਰ ਰਹੇ ਹੋ। ਮਤਲਬ ਕਿ ਇਹ ਚੀਜ਼ਾਂ ਤੁਸੀਂ ਕਿਸ ਤਰ੍ਹਾਂ ਆਪਣੇ ਮਤਲਬ ਕਿ ਇਹ ਤੁਸੀਂ ਕਿਸ ਤਰ੍ਹਾਂ ਡਿਸਾਈਡ ਕਰ ਸਕਦੇ ਹੋ ਬਿਨਾਂ ਕੰਸੈਂਟ ਲਿੱਤਿਆਂ ਲੋਕਾਂ ਦੇ, ਬਿਨਾਂ ਕੰਸੈਂਟ ਲਿੱਤੇ ਆਪਣੇ ਭਾਰਤ ਦੇ ਲੋਕਾਂ ਦੇ ਤੁਸੀਂ ਇੱਕ ਬਿੱਲ ਲੈ ਕੇ ਵੀ ਆ ਰਹੇ ਹੋ, ਉਸ ਵਿੱਚ ਆਪੇ ਵੀ ਇਹ ਚੀਜ਼ਾਂ ਹੀ ਪਾ ਰਹੇ ਹੋ, ਕੋਈ ਪਬਲਿਕ ਓਪੀਨੀਅਨ ਨਹੀਂ ਧਾਰ ਰਹੇ, ਡੈਮੋਕ੍ਰੇਸੀ ਲਈ ਕੋਈ ਜਗ੍ਹਾ ਨਹੀਂ ਛੱਡ ਰਹੇ ਤੁਸੀਂ, ਸਮਝੇ। ਫੋਰ ਐਗਜ਼ਾਮਪਲ ਕਹਿੰਦੇ ਵੈਨ ਦ ਗੌਰਮੈਂਟ ਆਫ ਇੰਡੀਆ ਬੈਨ 59 ਚਾਈਨੀਜ਼ ਐਪਸ ਔਨ ਦ ਗਰਾਊਂਡ ਆਫ ਟਰਾਂਸਗ੍ਰੈਸਿੰਗ ਇੰਡੀਆ ਸਿਕਿਉਰਿਟੀ। ਗੱਲ ਪੱਖ ਕੀ ਰੱਖਿਆ ਹੈ, ਇੰਡੀਆ ਦੀ ਸਿਕਿਉਰਿਟੀ ਬਾਰੇ ਗੱਲ ਕੀਤੀ ਕਿ ਭਾਰਤ ਦੀ ਸਿਕਿਉਰਿਟੀ ਖਤਰੇ ਵਿੱਚ, ਇਸੇ ਕਰਕੇ ਆਪਾਂ ਚਾਈਨੀਜ਼ ਐਪਸ ਨੂੰ ਬੰਦ ਕੀਤਾ ਜਾ ਰਿਹਾ। ਕਹਿੰਦੇ ਦਾ ਕੁਐਸਚਨ ਹੈਜ਼ ਟੂ why the first instance where they allowed in India? Was there no security or privacy audit? While Facebook and Amazon are facing scrutiny on their own soil for their data mining policies, how did we allow so many apps without any check? ਕਹਿੰਦੇ ਆਪਾਂ ਨੂੰ ਇਹ ਨੌਬਤ ਆਈ ਕਿਉਂ ਗਈ ਕਿ ਆਪਾਂ ਚਾਈਨੀਜ਼ ਐਪਸ ਨੂੰ ਮਤਲਬ ਅਲਾਉ ਕੀਤਾ, ਪਰਮਿਟ ਕੀਤਾ ਸੀ, ਤੇ ਹੁਣ ਆਪਾਂ ਨੂੰ ਬੈਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਤਾਂ ਕੋਈ ਗੱਲ ਨਾ ਬਣੀ। ਮੰਨ ਲਓ ਕਿ ਸਪੋਜ਼ ਕਰੋ ਪਹਿਲੇ ਕੋਈ ਚੀਜ਼ ਅਲਾਉ ਕੀਤੀ ਹੋਈ ਸੀ ਅਤੇ ਇੱਕਦਮ ਇੱਕ ਸਿਕਿਉਰਿਟੀ ਦਾ ਨਾਮ ਲੈ ਕੇ ਤੁਸੀਂ ਬੈਨ ਕਰ ਰਹੇ ਹੋ, ਕਿ ਗੱਲ ਆਡਿਟ ਦੀ ਕਿੱਥੇ ਗਈ, ਇੱਕ ਪ੍ਰਾਈਵੇਸੀ ਆਡਿਟ ਦੀ ਗੱਲ ਕਿੱਥੇ ਗਈ, ਕੋਈ ਸਿਕਿਉਰਿਟੀ ਦਾ ਸਟਰਕਚਰ ਪਹਿਲੇ ਕਿਉਂ ਨਹੀਂ ਸੀ, ਪਹਿਲੇ ਇੱਕ ਪੋਲਿਸੀ ਕਿਉਂ ਨਹੀਂ ਸੀ, ਹੋਣੀ ਚਾਹੀਦੀ ਸੀ ਨਾ ਪੋਲਿਸੀ। ਜੇ ਪਹਿਲੇ ਇੱਕ ਪੋਲਿਸੀ ਹੁੰਦੀ, ਜੇ ਆਪਾਂ ਉਸ ਪ੍ਰੋਵੀਜ਼ਨ ਦੇ ਹਿਸਾਬ 'ਤੇ ਚੱਲਦੇ ਤਾਂ ਸਾਨੂੰ ਪਤਾ ਹੁੰਦਾ ਕਿ ਜਿਹੜੇ ਚਾਈਨੀਜ਼ ਐਪਸ ਹੈ ਕੀ ਕਰ ਰਹੀਆਂ, ਤਾਂ ਆਪਾਂ ਸ਼ੁਰੂ ਤੋਂ ਇੱਕ ਐਨਾਲੀਟੀਕਲ ਰੱਖਦੇ ਸਿਸਟਮ ਵਿੱਚ, ਅਤੇ ਹਮੇਸ਼ਾ ਧਿਆਨ ਵਾਚਡੌਗ ਬਣ ਕੇ ਰਹਿੰਦੇ ਕਿ ਕੋਈ ਐਪ ਜੇ ਗਲਤ ਕਰ ਰਹੀ ਹੈ ਤਾਂ ਮਤਲਬ ਕੋਈ ਐਪ ਦਾ ਡਾਟਾ ਜੇ ਮਤਲਬ ਕਿ ਸਪੋਜ਼ ਕਰੋ ਕਿ ਕਿਸੇ ਐਪ ਵਿੱਚ ਆਪਣੇ ਭਾਰਤ ਦਾ ਡਾਟਾ ਹੈ, ਭਾਰਤ ਵਿੱਚ ਕਿਉਂਕਿ ਆਪਣੇ ਲੋਕ ਯੂਜ਼ ਕਰਦੇ ਆ, ਜਿਵੇਂ ਟਿਕਟੋਕ ਹੈ ਉਸਦਾ ਕਾਫੀ ਡਾਟਾ ਟਿਕਟੋਕ ਕੋਲ ਹੈ, ਤਾਂ ਜੇ ਸਾਡੇ ਕੋਲ ਪਹਿਲੇ ਇੱਕ ਸਟਰਕਚਰ ਪੋਲਿਸੀ ਹੁੰਦੀ ਕਿ ਸਾਨੂੰ ਫਿਰ ਪਤਾ ਲਗਾਉਣਾ ਆਸਾਨ ਹੁੰਦਾ ਕਿ ਕਿਆ ਇਹ ਡਾਟਾ ਕਿੱਥੇ ਮਿਸਯੂਜ਼ ਤਾਂ ਨਹੀਂ ਹੋ ਰਿਹਾ। ਡਨ। The government policy on national security should be based on advanced strategic assessment rather than on reactive basis। ਦੇਖੋ ਉਹ ਸਾਫ਼ ਕਹਿਤਾ ਉਹਨਾਂ ਨੇ, ਕਹਿੰਦੇ ਕਿ ਐਡਵਾਂਸ ਸਟ੍ਰੈਟੇਜਿਕ ਅਸੈਸਮੈਂਟ ਦੇ ਬੇਸ ਦੇ ਉੱਪਰ ਹੋਣਾ ਚਾਹੀਦਾ ਹੈ। ਕੋਈ ਵੀ ਨੈਸ਼ਨਲ ਸਿਕਿਉਰਿਟੀ ਦੇ ਮਤਲਬ ਕਿ ਨੂੰ ਲੈ ਕੇ ਤੁਸੀਂ ਪੋਲਿਸੀ ਬਣਾਉਣ ਜਾ ਰਹੇ ਹੋ ਕਿ ਤੁਹਾਡੀ ਨੈਸ਼ਨਲ ਸਿਕਿਉਰਿਟੀ ਖਤਰੇ ਵਿੱਚ ਹੈ, ਉਸ ਨੂੰ ਲੈ ਕੇ ਤੁਸੀਂ ਗੌਰਮੈਂਟ ਪੋਲਿਸੀ ਬਣਾਉਣ ਜਾ ਰਹੇ ਹੋ, ਕਹਿੰਦੇ ਉਸ ਹਮੇਸ਼ਾ ਤੁਸੀਂ ਐਡਵਾਂਸ ਸਟ੍ਰੈਟੇਜਿਕ ਅਸੈਸਮੈਂਟ ਦੇ ਆਧਾਰ 'ਤੇ ਹੀ ਰੱਖੋਗੇ, ਨਾ ਕਿ ਰਿਐਕਟਿਵ ਬੇਸਿਸ ਕਿ ਹਾਂਜੀ ਸਾਡੇ ਭਾਰਤ ਦੀ ਸਿਕਿਉਰਿਟੀ ਇੱਕਦਮ ਖਤਰੇ 'ਚ ਆ ਗਈ, ਇਸੇ ਕਰਕੇ ਅਸੀਂ ਇਹ ਬੈਨ ਕਰ ਰਹੇ ਹਾਂ। ਇਹ ਤਾਂ ਤੁਸੀਂ ਇੱਕ ਮਤਲਬ ਕਿ ਨਾਲ ਦੀਆਂ ਰਿਐਕਸ਼ਨ ਦੇਤਾ, ਸਮਝੇ। ਹੁਣ ਆਪਾਂ ਐਨਾਲਾਈਜ਼ ਕਰਦੇ ਹਾਂ ਇਹ ਕਿ ਬੈਕਗਰਾਊਂਡ ਸੀ ਕਿ ਬੈਕਗਰਾਊਂਡ 'ਚ ਹੋਇਆ ਕੀ ਹੈ ਜਿਸ ਕਰਕੇ ਆਪਾਂ ਗੱਲ ਕਰਨ ਜਾ ਰਹੇ ਹਾਂ। ਹੁਣ ਆਪਣਾ ਬੈਕਗਰਾਊਂਡ ਤਿਆਰ ਹੋ ਗਿਆ, ਹੁਣ ਆਪਾਂ ਗੱਲ ਕਰਾਂਗੇ ਜੋ ਆਪਣਾ ਸਬਜੈਕਟਿਵ ਸੀ, ਕੀ ਸੀ, ਕੰਸਰਨ ਅਬਾਊਟ ਡੈਮੋਕ੍ਰੇਸੀ ਇਨ ਦ ਡਿਜੀਟਲ ਏਜ, ਕਿ ਆਪਣੀ ਡੈਮੋਕ੍ਰੇਸੀ ਨੂੰ ਆਪਾਂ ਮਤਲਬ ਕਿ ਇੰਨਾ ਧਿਆਨ 'ਚ ਗੱਲ ਕਿਉਂ ਆ ਰਹੀ ਹੈ। ਠੀਕ ਹੈ, ਹੁਣ ਉਹਨੂੰ ਆਪਾਂ ਐਨਾਲਾਈਜ਼ ਕਰਾਂਗੇ। ਕਹਿੰਦੇ ਦਾ ਚੇਂਜਿੰਗ ਨੇਚਰ ਆਫ ਦ ਇਨਫੋਰਮੇਸ਼ਨ ਟੂਡੇ ਦੀ ਵੇ ਇਨ ਵਿਚ ਦ ਇੰਟਰਨੈਟ ਅਲਾਉਜ਼ ਡਾਟਾ ਟੂ ਬੀ ਪ੍ਰੋਡਿਊਸਡ, ਕਲੈਕਟਿਡ, ਕੰਬਾਈਨਡ, ਸ਼ੇਅਰ, ਸਟੋਰਡ, ਐਨਾਲਾਈਜ਼ਡ ਇਜ਼ ਕਨਸਟੈਂਟਲੀ ਚੇਂਜਿੰਗ। ਕਹਿੰਦੇ ਰੋਜ਼ ਇਨਫੋਰਮੇਸ਼ਨ ਚੇਂਜ ਹੋ ਰਹੀ ਹੈ, ਉਹਦਾ ਨੇਚਰ ਚੇਂਜ ਹੋ ਰਿਹਾ। ਠੀਕ ਹੈ ਨਾ, ਕਿ ਇਸ ਵਿੱਚ ਦੇਖੋ ਇੰਨਾ ਕੁਝ ਚੇਂਜ ਹੋ ਰਿਹਾ ਕਿ ਹੌਲੀ ਹੌਲੀ ਤੁਹਾਡੀ ਸਾਰੀ ਇਨਫੋਰਮੇਸ਼ਨ ਲਿੱਤੀ ਜਾ ਰਹੀ ਹੈ। ਪਹਿਲਾਂ ਇਕੱਲਾ ਸਿਰਫ ਨਾਮ ਲਿੱਤਾ ਜਾਂਦਾ ਸੀ, ਨਾਮ ਤੋਂ ਬਾਅਦ ਹੁਣ ਤੁਹਾਡਾ ਮੋਬਾਈਲ ਨੰਬਰ ਲਿੱਤਾ ਜਾਂਦਾ, ਮੋਬਾਈਲ ਤੋਂ ਬਾਅਦ ਹੁਣ ਐਡਰੈਸ ਵੀ ਲਿੱਤਾ ਜਾਂਦਾ। ਪਹਿਲਾਂ ਇਕੱਲਾ ਨਾਮ ਹੁੰਦਾ ਸੀ, ਇੱਕ ਨੋਰਮਲ ਪਿੰਨ ਹੁੰਦਾ ਸੀ,
ਹੁਣ ਉਸ ਵਿੱਚ ਕਾਫੀ ਇਨਫੋਰਮੇਸ਼ਨ ਐਡ ਹੋਣ ਲੱਗ, ਹੁਣ ਈਮੇਲ ਆਈਡੀ ਐਡ ਹੋਣ ਲੱਗ ਪਈ, ਬੈਂਕ ਡਿਟੇਲਸ ਐਡ ਹੋਣ ਲੱਗ ਪਈਆਂ, ਕਾਫੀ ਕੁਝ ਚੇਂਜ ਹੁੰਦਾ ਜਾ ਰਿਹਾ, ਕਿਉਂਕਿ ਇਹ ਚੇਂਜ ਹੋਣਾ ਵੀ ਸੁਭਾਵਿਕ ਹੈ। ਜਿਉਂ-ਜਿਉਂ ਡਿਵੈਲਪਮੈਂਟ ਹੁੰਦੀ ਜਾ ਰਹੀ ਹੈ, ਜਿਉਂ-ਜਿਉਂ ਅਪਡੇਸ਼ਨ ਆਉਂਦੀ ਜਾ ਰਹੀ ਹੈ ਪੂਰੇ ਵਰਲਡ ਵਿੱਚ, ਤਾਂ ਆਲਰੇਡੀ ਹੈ ਕਿ ਹਰੇਕ ਕੰਟਰੀ ਨੂੰ ਚੇਂਜ ਹੋਣਾ ਪੈਂਦਾ ਹੈ, ਬਟ ਇਸ ਦਾ ਇੱਕ ਸਟਰਕਚਰ ਹੋਣਾ ਚਾਹੀਦਾ। ਕਿਵੇਂ ਹੋਣਾ ਚਾਹੀਦਾ ਉਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾ ਪੁਆਇੰਟ ਇਹ ਹੋ ਗਿਆ। ਦੂਜਾ ਪੁਆਇੰਟ ਕਹਿੰਦਾ ਚੇਂਜ ਇਜ਼ ਆਲਸੋ ਰੀਡਿਫਾਈਨਿੰਗ ਦੀ ਪਰਸਨਲ ਡਾਟਾ ਐਂਡ ਵਟ ਟਾਈਪ ਆਫ ਦੀ ਪ੍ਰੋਟੈਕਸ਼ਨਸ ਪਰਸਨਲ ਡਾਟਾ ਡਿਜ਼ਰਵ ਐਂਡ ਕੈਨ ਬੀ ਗਿਵਨ। ਦੈਨ ਮਤਲਬ ਕਿ ਇਹ ਇੱਕ ਡਿਫਾਈਨ ਹੋਣਾ ਚਾਹੀਦਾ ਹੈ ਕਿ ਪਰਸਨਲ ਡਾਟਾ ਕਿਹੜਾ ਹੈ ਅਤੇ ਕਿਸ ਟਾਈਪ ਦੇ ਪਰਸਨਲ ਡਾਟਾ ਨੂੰ ਆਪਾਂ ਪ੍ਰੋਟੈਕਟ ਕਰਨ ਦੀ ਲੋੜ ਹੈ। ਸਮਝ ਰਹੇ ਹੋ ਨਾ ਕਿ ਜੇ ਆਪਾਂ ਗੱਲ ਕਰ ਰਹੇ ਹਾਂ ਕਿ ਆਪਣੇ ਭਾਰਤ ਦੀ ਨੈਸ਼ਨਲ ਸਿਕਿਉਰਿਟੀ ਖਤਰੇ ਵਿੱਚ, ਇਸੇ ਕਰਕੇ ਆਪਾਂ ਨੇ ਇਹਨਾਂ ਚੀਜ਼ਾਂ ਨੂੰ ਬੈਨ ਕੀਤਾ, ਚਲੋ ਮੰਨ ਲੈਂਦੇ ਹਾਂ ਇਹ ਗੱਲ, ਇੱਕ ਆਧਾਰ ਨਾਲ ਸਾਰੇ ਲੋਕ ਮੰਨ ਵੀ ਜਾਣਗੇ ਕਿਉਂਕਿ ਗੱਲ ਆਪਣੇ ਦੇਸ਼ ਦੀ ਹੈ, ਬਟ ਇਸ ਨੂੰ ਇੱਕ ਸਿਰਫ ਇੱਕ ਇਹ ਇਸ਼ੂ ਹੈ, ਮਤਲਬ ਕਿ ਇੱਕ ਘਟਨਾ ਵਾਪਰੀ ਸੀ ਤਾਂ ਆਪਾਂ ਨੇ ਇਵੇਂ ਕੀਤਾ। ਗੱਲ ਤਾਂ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ ਨਾ ਕਿ ਪਰਸਨਲ ਡਾਟਾ ਕਿਸ ਤਰ੍ਹਾਂ ਆਪਾਂ ਉਸ ਨੂੰ ਰੀਡਿਫਾਈਨ ਕਰਾਂਗੇ, ਕਿਸ ਤਰ੍ਹਾਂ ਸੋਚਾਂਗੇ ਕਿ ਇਹ ਸਾਡਾ ਪਰਸਨਲ ਡਾਟਾ ਹੈ। ਠੀਕ ਹੈ, ਉਸ ਤੋਂ ਕਹਿੰਦੇ ਫਰੋਮ ਦਾ ਇਨਫੋਰਮੇਸ਼ਨ ਸ਼ੇਅਰਡ ਔਨ ਸੋਸ਼ਲ ਮੀਡੀਆ ਸਾਈਟਸ ਟੂ ਕੁਕੀਜ਼, ਜਿਹੜੀ ਕੁਕੀਜ਼ ਤੁਹਾਡੇ ਮੋਬਾਈਲ ਫੋਨ 'ਚ ਹੁੰਦੀਆਂ ਉਹ ਸਾਰਾ ਕਲੈਕਟ ਕਰ ਲੈਂਦੇ, ਤੁਹਾਡੀ ਬਰਾਊਜ਼ਰ ਹਿਸਟਰੀ ਟੂ ਇੰਡੀਵਿਜੂਅਲ ਟ੍ਰਾਂਜੈਕਸ਼ਨ ਆਨਲਾਈਨ ਟੂ ਮੋਬਾਈਲ ਫੋਨ ਰਜਿਸਟਰਿੰਗ location data information about an individual is generating through each use of internet। ਕਹਿੰਦੇ ਜਿਹੜੀ ਤੁਹਾਡੀ ਕੁਕੀਜ਼ ਉਹ ਸਾਰੀ ਇਨਫੋਰਮੇਸ਼ਨ ਲੈ ਲੈਂਦੀ ਹੈ। ਕਈਆਂ ਨੂੰ ਇਸ ਚੀਜ਼ ਬਾਰੇ ਪਤਾ ਤਾਂ ਹੋਏਗਾ ਹੀ। ਡਨ ਕਹਿੰਦੇ in some cases the individual is aware that they are generating information that is being collected, but in many cases the individual is unaware of the information trial that they are living online, do not know who is accessing the information, do not have control over how their information is being handled and for what purpose is being used। ਕਹਿੰਦੇ ਕਈਆਂ ਨੂੰ ਚੀਜ਼ ਦਾ ਪਤਾ ਹੁੰਦਾ, ਜਿਵੇਂ ਤੁਹਾਨੂੰ ਮੈਂ ਕੁਕੀਜ਼ ਦੀ ਗੱਲ ਕੀਤੀ, ਇਸ ਦੇ ਬਾਰੇ ਮੈਨੂੰ ਪਤਾ ਸੀ ਕਿ ਹਾਂ ਪੇ ਇਹ ਚੀਜ਼ ਯੂਜ਼ ਹੁੰਦੀ ਹੈ, ਉਹਨੂੰ ਨਾਲ ਦੇ ਡਿਲੀਟ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਸਾਰੀ ਜਿਹੜੀ ਹਿਸਟਰੀ ਹੈ ਉਸ 'ਚ ਪਈ ਹੁੰਦੀ ਹੈ। ਠੀਕ ਹੈ, ਬਟ ਕਈਆਂ ਨੂੰ ਇਸ ਚੀਜ਼ ਦਾ ਅਵੇਅਰਨੈਸ ਵੀ ਨਹੀਂ ਹੈ, ਪਤਾ ਹੀ ਨਹੀਂ ਇਸ ਚੀਜ਼ ਦਾ, ਉਹ ਸਾਰਾ ਕੁਝ ਆਨਲਾਈਨ ਕਰ ਰਹੇ ਨੇ, ਆਪਣੇ ਡੈਬਿਟ ਕਾਰਡ ਦੀ ਟ੍ਰਾਂਜੈਕਸ਼ਨਸ ਕਰ ਰਹੇ ਨੇ, ਕ੍ਰੈਡਿਟ ਕਾਰਡ ਦੀ ਟ੍ਰਾਂਜੈਕਸ਼ਨਸ ਕਰ ਰਹੇ ਨੇ, ਸਾਰਾ ਕੁਛ ਹੀ ਉਹ ਆਨਲਾਈਨ ਹੀ ਕਰ ਰਹੇ ਨੇ। ਜੇ ਉਹਨਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ, ਇਸ ਦਾ ਮਤਲਬ ਕਿਤੇ ਨਾ ਕਿਤੇ ਲੈਕਨੈਸ ਹੈ ਗੌਰਮੈਂਟ ਦੀ, ਕਿਉਂਕਿ ਉਹਨਾਂ ਕੋਲ ਤਾਂ ਇੱਕ ਡਿਵਾਈਸ ਆਇਆ, ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇਸ ਡਿਵਾਈਸ ਨਾਲ ਕਾਫੀ ਕੰਮ ਆਸਾਨ ਹੁੰਦੇ ਜਾ ਰਹੇ ਨੇ, ਬਟ ਉਹਨਾਂ ਨੂੰ ਇਹ ਨਹੀਂ ਪਤਾ ਤੁਹਾਡਾ ਡਾਟਾ ਵੀ ਉੱਥੇ ਸਟੋਰ ਹੁੰਦਾ ਜਾ ਰਿਹਾ। ਹੋ ਸਕਦਾ ਮੇਰੇ ਲੈਕਚਰ ਸੁਣਨ ਵਾਲਿਆਂ ਨੂੰ ਕਈਆਂ ਨੂੰ ਐਂ ਲੱਗੇਗਾ ਇਹ ਕੋਈ ਇੰਨੀ ਵੱਡੀ ਗੱਲ ਨਹੀਂ, ਮਾਈਨਰ ਗੱਲ ਹੈ। ਮੈਂ ਤੁਹਾਨੂੰ ਪਤਾ ਨਹੀਂ ਜਿਹੜਾ ਇਹ ਡਾਟਾ ਹੁੰਦਾ ਨਾ, ਡਾਟਾ ਤੁਹਾਡਾ, ਇਹ ਡਾਟਾ ਤੁਹਾਨੂੰ ਮਤਲਬ ਕਿ ਇੱਕ ਤਰ੍ਹਾਂ ਦਾ ਰੋਬੋਟ ਬਣਾ ਦਿੰਦਾ ਹੈ। ਮਤਲਬ ਕਿ ਰੋਬੋਟ ਦਾ ਸਮਝ ਰਹੇ ਹੋ ਕਿ ਤੁਹਾਨੂੰ ਉਹੀ, ਮਤਲਬ ਕਿ ਸਪੋਜ਼ ਕਰੋ ਕਿ ਰੋਬੋਟ ਦਾ ਮਤਲਬ ਇਹ ਹੋ ਗਿਆ ਕਿ ਤੁਹਾਡੇ ਜਿਹੜਾ ਡਾਟਾ ਹੈ ਨਾ, ਤੁਹਾਡੇ ਡਾਟਾ ਨੂੰ ਕੰਟਰੋਲ ਕਰਕੇ ਤੁਹਾਨੂੰ ਕੰਟਰੋਲ ਕੀਤਾ ਜਾਂਦਾ ਹੈ, ਤੁਹਾਡਾ ਮਾਈਂਡ ਉੱਥੇ ਹੀ ਘੁਮਾਇਆ ਜਾਂਦਾ ਹੈ। ਇਹ ਪੋਲੀਟਿਕਸ ਜਿਹੜੇ ਆਰਗੇਨਾਈਜੇਸ਼ਨਸ ਹੁੰਦੇ ਹੈ, ਠੀਕ ਹੈ ਨਾ, ਜਿਹੜੇ ਪੋਲੀਟਿਕ ਪਾਰਟੀਜ਼ ਹੁੰਦੀ, ਉਹਨਾਂ ਲਈ ਬਹੁਤ ਆਸਾਨ ਹੋ ਜਾਂਦਾ ਹੈ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਬੰਦੇ ਦੀ ਕਿਹੜੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੈ, ਜਾਂ ਕਿਹੜੀ ਮਤਲਬ ਲੋਕੈਲਿਟੀ ਦੇ ਬੰਦੇ ਲੋਕ ਕਿਸ ਤਰ੍ਹਾਂ ਸੋਚਦੇ ਹੈ। ਜੇ ਤੁਸੀਂ ਅਮਰੀਕਾ ਦਾ ਕੇਸ ਸੁਣਿਆ ਹੀ ਹੋਵੇ, ਜਦੋਂ ਇਲੈਕਸ਼ਨ ਹੋਏ ਸੀ, ਯਾਦ ਹੋਵੇ ਤੁਹਾਨੂੰ, ਡੋਨਲਡ ਟਰੰਪ ਦੇ, ਤਾਂ ਉੱਥੇ ਉਸਨੇ ਇਸ ਚੀਜ਼ ਦਾ ਫਾਇਦਾ ਉਠਾਇਆ ਸੀ। ਡਨ ਕਹਿੰਦੇ ਸੈਗਰੀਗੇਟਿੰਗ ਦੀ ਡਾਟਾ ਕੈਨ ਵੀ ਅੱਗੇ ਗੱਲ ਕਰ ਰਹੇ ਨੇ। ਹੁਣ ਇਹ ਆਪਾਂ ਨੇ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਨਿਕਲ ਕੇ ਸਾਹਮਣੇ ਆਇਆ। ਕਿਆ ਰੀਡਿਫਾਈਨ ਨਹੀਂ ਹੋਣਾ ਚਾਹੀਦਾ ਡਾਟਾ, ਪਰਸਨਲ ਡਾਟਾ ਨੂੰ ਆਪਾਂ ਰੀਡਿਫਾਈਨ ਨਹੀਂ ਕਰਨਾ ਚਾਹੀਦਾ, ਕਿਆ ਚੀਜ਼ ਪਰਸਨਲ ਹੋਣੀ ਚਾਹੀਦੀ, ਕਿਆ ਚੀਜ਼ ਨਹੀਂ ਹੋਣੀ ਚਾਹੀਦੀ। ਕਿਆ ਲੋਕਾਂ ਨੂੰ ਨਹੀਂ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੀ ਇਨਫੋਰਮੇਸ਼ਨ ਕਲੈਕਟ ਹੋ ਰਹੀ ਹੈ, ਹੋਣਾ ਚਾਹੀਦਾ ਨਹੀਂ ਚਾਹੀਦਾ। ਠੀਕ ਹੈ ਨਾ, ਹੁਣ ਉਸ ਤੋਂ ਬਾਅਦ ਗੱਲ ਕਰਦੇ ਹਾਂ ਸੈਗਰੀਗੇਟਿੰਗ ਦੀ ਡਾਟਾ, ਕਿ ਡਾਟਾ ਕੈਨ ਵੀ ਬ੍ਰੋਡਲੀ ਕਲਾਸੀਫਾਈਡ ਇਨਟੂ, ਮਤਲਬ ਕਿ ਆਪਾਂ ਹੁਣ ਡਾਟਾ ਦੀ ਗੱਲ ਕਰਨ ਜਾ ਰਹੇ ਹਾਂ ਕਿ ਆਖਿਰ ਡਾਟਾ ਕਿਸ ਤਰ੍ਹਾਂ ਦਾ ਹੁੰਦਾ ਹੈ, ਕਿੰਨੇ ਮਤਲਬ ਉਸ ਨੂੰ ਆਪਾਂ ਕਿਸ ਤਰ੍ਹਾਂ ਦੇਖ ਸਕਦੇ ਹਾਂ। ਕਹਿੰਦੇ ਦੋ ਤਰੀਕੇ ਨਾਲ ਹੁੰਦਾ, ਇੱਕ ਹੁੰਦਾ ਪਬਲਿਕ ਡਾਟਾ, ਇੱਕ ਹੁੰਦਾ ਪਰਸਨਲ ਡਾਟਾ। ਮੋਸਟ ਆਫ ਦੀ ਜਿਹੜੇ ਸਟੂਡੈਂਟਸ ਹੋਣਗੇ ਉਹਨਾਂ ਨੂੰ ਪਤਾ ਹੋਏਗਾ, ਮੈਂ ਇੱਕ ਵਾਰੀ ਗੱਲ ਕਰ ਹੀ ਦਿੰਦਾ। ਕਹਿੰਦੇ ਪਬਲਿਕ ਡਾਟਾ ਇਸ ਡੈਟ ਵਿਚ ਇਜ਼ ਅਸੈਸਿਬਲ ਟੂ ਦਾ ਪਬਲਿਕ ਐਟ ਲਾਰਜ ਸੱਚ ਐਸ ਕੋਰਟ ਰਿਕਾਰਡਸ, ਬਰਥ ਰਿਕਾਰਡਸ, ਡੈਥ ਰਿਕਾਰਡਸ, ਬੇਸਿਕ ਕੰਪਨੀ ਡਿਟੇਲਸ। ਠੀਕ ਹੈ, ਪਬਲਿਕ ਡਾਟਾ ਤੁਹਾਨੂੰ ਪਤਾ ਹੀ ਹੈ ਕਿ ਜੋ ਪਬਲਿਕ ਵਿੱਚ ਹੈ, ਜਿਵੇਂ ਕਿ ਕੋਰਟ ਦੇ ਰਿਕਾਰਡਸ ਹੈ, ਬਰਥ ਰਿਕਾਰਡਸ, ਸਾਰੇ ਪਬਲਿਕ ਵਿੱਚ ਹੈ। ਡਨ ਪ੍ਰਾਈਵੇਟ ਡਾਟਾ ਕੀ ਹੈ? ਕਹਿੰਦੇ ਪ੍ਰਾਈਵੇਟ ਡਾਟਾ ਇਜ਼ ਅ ਪਰਸਨਲ to an individual organization and cannot freely be disseminated by the anybody without the prior permission of the subject। ਬਿਨਾਂ ਪਰਮਿਸ਼ਨ ਤੋਂ ਤੁਸੀਂ ਉਸ ਨੂੰ ਮਤਲਬ ਕਿ ਪਬਲਿਕ 'ਚ ਨਹੀਂ ਲਿਆ ਸਕਦੇ, ਉਹ ਹੋ ਜਾਏਗਾ ਪ੍ਰਾਈਵੇਟ ਡਾਟਾ। ਜਿਹੜੀ ਚੀਜ਼ ਪਬਲਿਕ 'ਚ ਬਿਨਾਂ ਪਰਮਿਸ਼ਨ ਤੋਂ ਨਹੀਂ ਆ ਸਕਦੀ ਉਹ ਪ੍ਰਾਈਵੇਟ ਡਾਟਾ ਹੋ ਗਿਆ।
ਡਨ। ਇਸ ਵਿੱਚ ਕਿਹੜੀ ਚੀਜ਼ਾਂ ਆ ਜਾਂਦੀਆਂ, ਤੁਹਾਡੀ ਫਾਈਨੈਂਸ਼ੀਅਲ ਡਿਟੇਲਸ ਆ ਜਾਂਦੀਆਂ, ਫੈਮਿਲੀ ਡਿਟੇਲਸ ਆ ਜਾਂਦੀਆਂ, ਬਰਾਊਜ਼ਿੰਗ ਡਿਟੇਲਸ ਆ ਜਾਂਦੀਆਂ, ਪ੍ਰੈਫਰੈਂਸ ਆ ਜਾਂਦੀਆਂ, ਸਾਈਕੋਲੋਜੀਕਲ ਕਰੈਕਟਰਿਸਟਿਕਸ ਆ ਜਾਂਦੇ ਆ, ਠੀਕ ਹੈ, ਟਰੈਵਲ ਹਿਸਟਰੀ ਆ ਜਾਂਦੀ ਹੈ, ਬਿਹੇਵੀਅਰ ਆ ਜਾਂਦਾ, ਐਬਿਲਿਟੀਜ਼ ਆ ਜਾਂਦੀਆਂ, ਫੋਟੋਗ੍ਰਾਫਸ ਆ ਜਾਂਦੇ ਆ, ਠੀਕ ਹੈ, ਐਪਟੀਟਿਊਡਸ ਆ ਜਾਂਦੇ ਆ, ਠੀਕ ਹੈ, ਫੋਰ ਐਗਜ਼ਾਮਪਲ, ਠੀਕ ਹੈ ਫਰੈਂਡਸ। ਸੋ ਇਹਨਾਂ ਚੀਜ਼ਾਂ ਨੂੰ ਹੀ ਰਿਫਾਈਨ ਕਰਨ ਦੀ ਲੋੜ ਆ, ਮਤਲਬ ਮਾਫ ਕਰਿਓ, ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਰੀਡਿਫਾਈਨ ਕਰਨ ਦੀ ਲੋੜ ਹੈ, ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਪਰਸਨਲ ਡਾਟਾ ਦੀ ਆਪਾਂ ਪ੍ਰੋਟੈਕਸ਼ਨ ਮੰਗ ਰਹੇ ਹਾਂ, ਕਿਉਂਕਿ ਇਹ ਬਿੱਲ ਲੈ ਕੇ ਸਾਹਮਣੇ ਆਏ ਨੇ, ਤਾਂ ਇਸ ਬਿੱਲ ਨੂੰ ਲੈ ਕੇ ਇਸ ਵਿੱਚ ਜੋ ਵੀ ਚੀਜ਼ਾਂ ਧਰੇ ਜਾਂਦੇ ਨੇ ਉਸ ਵਿੱਚ ਪਬਲਿਕ ਓਪੀਨੀਅਨ ਦਾ ਸਿਸਟਮ ਹੋਣਾ ਹੀ ਚਾਹੀਦਾ ਹੈ। ਪਬਲਿਕ ਓਪੀਨੀਅਨ 'ਚ ਪਤਾ ਲੱਗਣਾ ਚਾਹੀਦਾ ਜੋ ਇਹਨਾਂ ਦਾ ਜਿਹੜਾ ਪਰਸਨਲ ਡਾਟਾ ਹੈ, ਇਸ ਵਿੱਚੋਂ ਕਿਹੜੀ ਐਸੀ ਪਰਸਨਲ ਚੀਜ਼ਾਂ ਜੋ ਉਹਨਾਂ ਦੇ ਕੰਸੈਂਟ ਤੋਂ ਬਿਨਾਂ ਨਹੀਂ ਹੋਣੀਆਂ ਚਾਹੀਦੀਆਂ। ਮੰਨ ਲਓ ਜਿਵੇਂ ਤੁਹਾਡੇ ਕੋਲ ਕੋਈ ਐਪ ਡਾਊਨਲੋਡ ਕਰਦੇ ਹੋ ਤਾਂ ਐਪ ਵਿੱਚ ਕੁਝ ਪਰਮਿਸ਼ਨਸ ਮੰਗੀਆਂ ਜਾਂਦੀਆਂ, ਤੁਹਾਨੂੰ ਨਾ ਚਾਹੁੰਦੇ ਹੋਏ ਦੇਣੀਆਂ ਪੈਂਦੀਆਂ ਨਹੀਂ ਪੈਂਦੀਆਂ। ਤੁਸੀਂ WhatsApp ਯੂਜ਼ ਕਰ ਰਹੇ ਹੋ, ਠੀਕ ਹੈ, WhatsApp ਤੁਸੀਂ ਇੰਸਟਾਲ ਕਰੋ ਤਾਂ ਤੁਸੀਂ ਕਦੇ ਵੀ ਦੇਖਣਾ ਕਿ ਜੋ ਤੁਸੀਂ WhatsApp ਇੰਸਟਾਲ ਕਰਦੇ ਹੋ ਤੁਹਾਡੇ ਤੋਂ ਇਮੇਜਿਸ ਦੀ, ਵੀਡੀਓਜ਼ ਦੀ ਹਮੇਸ਼ਾ ਤੁਹਾਡੇ ਤੋਂ ਪਰਮਿਸ਼ਨ ਮੰਗੇਗਾ ਕਿ ਅਸੀਂ ਤੁਹਾਡੇ ਇਮੇਜਿਸ ਨੂੰ ਮਤਲਬ ਕਿ ਅਪਲੋਡ ਕਰ ਸਕਦੇ ਹਾਂ। ਅਸੀਂ ਮਤਲਬ ਇਹ ਹੋਗਾ ਕਿ ਕਰੋਗੇ ਤੁਸੀਂ, ਤੁਸੀਂ ਆਪਣੇ ਮੋਬਾਈਲ ਨੂੰ ਅਲਾਉ ਕਰ ਰਹੇ ਹੋ ਕਿ ਹਾਂ ਤੁਸੀਂ ਮੇਰੇ ਮੋਬਾਈਲ ਦਾ ਡਾਟਾ ਇਹ WhatsApp ਵਿੱਚ ਯੂਜ਼ ਹੋ ਸਕਦਾ, ਮੇਰੇ ਕੰਟੈਕਟ ਲਿਸਟ ਆ ਸਕਦੀ ਹੈ, ਠੀਕ ਹੈ, ਤਾਂ ਇਹ ਇਨਫੋਰਮੇਸ਼ਨ ਸ਼ੇਅਰ ਹੋ ਰਹੀ ਹੈ WhatsApp ਨਾਲ, ਹੋ ਰਹੀ ਹੈ ਨਹੀਂ ਹੋ ਰਹੀ, ਤਾਂ ਤੁਸੀਂ ਅਲਾਉ ਕਰਦੇ ਹੋ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਅਸੀਂ ਅਲਾਉ ਕਰ ਰਹੇ ਹਾਂ ਤਾਂ ਇਸ ਵਿੱਚ ਕੁਝ ਚੀਜ਼ਾਂ ਡਿਫਾਈਨ ਹੋਣੀ ਚਾਹੀਦੀਆਂ, ਕਿਉਂਕਿ ਕਈਆਂ ਨੂੰ ਇਸ ਚੀਜ਼ ਦੀ ਅਵੇਅਰਨੈਸ ਹੈ, ਕਈਆਂ ਚੀਜ਼ਾਂ ਨੂੰ ਇਹਨਾਂ ਦੀ ਅਵੇਅਰਨੈਸ ਨਹੀਂ ਹੈ। ਉਹਨਾਂ ਨੂੰ ਐਂ ਲੱਗ ਰਿਹਾ ਇੱਕ ਸੈਟਿੰਗ ਹੈ, ਇੱਕ ਮਤਲਬ ਫਾਰਮੈਲਿਟੀ ਹੈ। ਪਰ ਤੁਹਾਨੂੰ ਕੀ ਪਤਾ ਕਿ ਤੁਹਾਡਾ ਜਿਹੜਾ ਡਾਟਾ ਉੱਥੇ ਜਾ ਕੇ ਸਟੋਰ ਹੋ ਰਿਹਾ, ਜਿਨ੍ਹਾਂ ਦੀ ਕੰਪਨੀ ਹੈ ਉਹ ਕਿਸ ਤਰ੍ਹਾਂ ਉਸ ਨੂੰ ਯੂਜ਼ ਕਰੇਗੀ, ਉਹ ਕਿਸ ਨੂੰ ਥਰਡ ਪਾਰਟੀ ਨੂੰ ਦੇਗੀ, ਸਮਝੇ? ਉਹੀ ਗੱਲ ਆ ਗਈ ਨਾ ਕਿ ਪਬਲਿਕ ਤੇ ਪ੍ਰਾਈਵੇਟ ਵਿੱਚ ਇੱਕ ਲਾਈਨ ਬੇਸ ਹੋਣਾ ਬਹੁਤ ਜ਼ਰੂਰੀ ਹੈ। ਕਹਿੰਦੇ ਇਨ ਇੰਡੀਆ ਦਾ ਸਪੇਅਰ ਆਫ ਦ ਇਨਫੋਰਮੇਸ਼ਨ ਔਨ ਦ ਇੰਟਰਨੈਟ ਇਜ਼ ਅਨਕਲੀਅਰ। ਉਹ ਤਾਂ ਹੈ ਹੀ ਹੈ। ਕਹਿੰਦੇ ਦ ਇਨਫੋਰਮੇਸ਼ਨ ਪੋਸਟਡ ਔਨ ਸੋਸ਼ਲ ਮੀਡੀਆ ਇਜ਼ ਪਬਲਿਕ ਇਨਫੋਰਮੇਸ਼ਨ free for use by any individual or entity, including law enforcement, employee, data mining companies, etc. Or is the private information does require the authorization for further use? ਠੀਕ ਹੈ, ਕਈਆਂ 'ਚ ਨਹੀਂ ਵੀ ਲੋੜ ਪੈਂਦੀ, ਅਥੋਰਟੀ ਦੀ ਲੋੜ ਨਹੀਂ ਵੀ ਪੈਂਦੀ, ਕਿਉਂਕਿ ਜੇ ਗੱਲ ਕਰੀਏ ਕਈਆਂ ਜਿਹੜੇ ਲੈਬ ਅਸਿਸਟੈਂਟ ਵਗੈਰਾ ਹੁੰਦੇ ਉਹਨਾਂ ਨੂੰ ਲੋੜ ਨਹੀਂ ਪੈਂਦੀ ਇਹਨਾਂ ਚੀਜ਼ਾਂ ਦੀ, ਠੀਕ ਹੈ। ਮੈਂ ਨਾ ਇਹਨਾਂ ਵਿੱਚ ਕਿਹੜੇ ਬੰਦੇ ਦੀ ਗੱਲ ਕਰ ਰਿਹਾ, ਉਹਨਾਂ ਬੰਦੇ ਦੀ ਗੱਲ ਕਰ ਰਿਹਾ ਜੋ ਮੈਂ ਹੁਣੇ ਤੁਹਾਡੇ ਸਾਹਮਣੇ ਨਿਕਾਲ ਕੇ ਸਾਹਮਣੇ ਲਿਆ ਕਿ WhatsApp ਦੀ ਗੱਲ ਕਰ ਰਿਹਾ। ਚਲੋ WhatsApp ਤਾਂ ਪਰਮਿਸ਼ਨ ਮੰਗ ਲੈਂਦਾ, ਕਈ ਐਪ ਤਾਂ ਪਰਮਿਸ਼ਨ ਵੀ ਨਹੀਂ ਮੰਗਦੀਆਂ, ਸਿੱਧਾ ਹੀ ਤੁਹਾਡਾ ਡਾਟਾ ਯੂਜ਼ ਕਰਦੀਆਂ, ਤੁਹਾਡੇ ਬਿਹੇਵੀਅਰ ਨੂੰ ਜਾਣਨ ਦੀ ਕੋਸ਼ਿਸ਼ ਕਰਦੀਆਂ। ਸਭ ਤੋਂ ਵੱਡੀ ਗੱਲ ਤਾਂ ਗੂਗਲ ਹੈ। ਗੂਗਲ ਤੁਸੀਂ ਕਦੇ ਵੀ ਦੇਖ ਲੈਣਾ, YouTube ਖੋਲ੍ਹਦੇ ਹੋ ਤੁਸੀਂ, YouTube 'ਤੇ ਕੁਝ ਸਰਚ ਕਰਦੇ ਹੋ ਤੁਸੀਂ, ਠੀਕ ਹੈ, ਤੁਸੀਂ ਮੰਨ ਲਓ ਕਿ ਇੱਕ ਹਫ਼ਤੇ 'ਚ 10 ਚੀਜ਼ਾਂ ਸਰਚ ਕੀਤੀਆਂ, 10 ਚੀਜ਼ਾਂ ਤੁਹਾਨੂੰ ਸਰਚ ਕਰ ਲਈਆਂ। ਹੁਣ ਜਦੋਂ ਤੁਸੀਂ 10 ਚੀਜ਼ਾਂ ਸਰਚ ਕਰਨ ਤੋਂ ਬਾਅਦ ਤੁਸੀਂ ਇੱਕ ਹਫ਼ਤੇ, ਠੀਕ ਹੈ, 8ਵੇਂ ਦਿਨ ਜਦੋਂ ਖੋਲ੍ਹੋਗੇ ਨਾ ਤਾਂ ਉਸਦੇ ਨਾਲ ਦਾ ਰਿਲੇਟਡ ਸਭ ਕੁਝ ਤੁਹਾਡੇ ਸਾਹਮਣੇ ਹੋਏਗਾ। ਡਨ। ਮੰਨ ਲਓ ਤੁਸੀਂ ਕੋਈ ਵੀਡੀਓ ਦੇਖੀ, ਵੀਡੀਓ 'ਚ ਇੱਕ ਟੌਪਿਕ ਸੀ, ਠੀਕ ਹੈ, ਇੱਕ ਟੌਪਿਕ ਸੀ ਵੀਡੀਓ 'ਚ, ਡਨ, ਜਿਹਦੇ ਉੱਪਰ ਬਹੁਤ ਜ਼ਿਆਦਾ ਗੱਲ ਹੋ ਚੁੱਕੀ ਹੈ ਪਹਿਲੇ ਹੀ, ਮਤਲਬ ਕਿ ਜਿਹਦੇ ਉੱਪਰ ਬਹੁਤ ਜ਼ਿਆਦਾ ਗੱਲ ਹੋ ਚੁੱਕੀ ਹੈ, ਉਹ ਵੀਡੀਓ 'ਚ ਇੱਕ ਟੌਪਿਕ ਸੀ, ਠੀਕ ਹੈ। ਗੂਗਲ ਨੂੰ ਪਤਾ ਲੱਗ ਗਿਆ ਕਿ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਇਸ ਵਿੱਚ ਤੁਸੀਂ ਟੌਪਿਕ ਨੂੰ ਵੀ ਸੁਣਿਆ ਹੋਣਾ, ਤਾਂ ਇਸ ਟੌਪਿਕ ਨਾਲ ਦੀ ਰਿਕਮੈਂਡੇਸ਼ਨਸ ਉਹ ਆਪਣੇ ਆਪ ਸਾਹਮਣੇ ਲੈ ਆਏਗਾ। ਸੋ ਉਹੀ ਉਰੇ ਗੱਲ ਕਰਨ ਜਾ ਰਹੇ ਹਾਂ, ਠੀਕ ਹੈ। ਸੋ ਆਪਾਂ ਜਿੰਨੀ ਵੀ ਗੱਲ ਕੀਤੀ ਉਸ ਗੱਲ ਦਾ ਮਤਲਬ ਤਾਂ ਹੀ ਨਿਕਲ ਕੇ ਆਏਗਾ ਜੇ ਕੋਈ ਉਸ ਵਿੱਚ ਮਤਲਬ ਕਿ ਗੌਰਮੈਂਟ ਜਾਂ ਲੀਗਲ ਬੇਸ ਹੋਏਗਾ ਕੋਈ, ਠੀਕ ਹੈ ਨਾ, ਜਿਹੜਾ ਇਹਦਾ ਬੇਸ ਹੋਏਗਾ ਲੀਗਲ ਹੋਣਾ ਚਾਹੀਦਾ ਹੈ। ਯਾਨੀ ਕਿ ਜਿਵੇਂ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ, ਬਿੱਲ ਵਿੱਚ ਕੁਝ ਐਸੀ ਚੀਜ਼ਾਂ ਹੋਣੀ ਚਾਹੀਦੀਆਂ ਜੋ ਮਜ਼ਬੂਤ ਹੋਣੀਆਂ ਚਾਹੀਦੀਆਂ, ਜੋ ਲੋਕਾਂ ਦੇ ਹਿੱਤ ਵਿੱਚ ਗੱਲ ਕਰੇ, ਉਹਦੇ ਲਈ ਕਾਨੂੰਨ ਅੱਛਾ ਹੋਣਾ ਚਾਹੀਦਾ ਹੈ। ਤਾਂ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇੰਡੀਅਨ ਕੋਰਟਸ ਕੀ ਕਰ ਰਹੀਆਂ ਇਸ ਵਿੱਚ। ਕਹਿੰਦੇ ਦਾ ਬਾਰਡਰਲੈਸ ਨੇਚਰ ਆਫ ਦ ਇਨਫੋਰਮੇਸ਼ਨ ਫਲੋਸ ਓਵਰ ਦ ਇੰਟਰਨੈਟ complicates the online privacy, has individual data is subjected to different level of protection depending on which jurisdiction it's residing on. ਸਮਝਣ ਦੀ ਕੋਸ਼ਿਸ਼ ਕਰੋ। ਕਹਿੰਦੇ ਹੁਣ ਬਾਰਡਰਲੈਸ ਹੈ, ਮਤਲਬ ਕਿ ਮੈਂ ਹੁਣ ਦੇਖੋ, ਮੈਂ ਇਸ ਵਿੱਚ ਮੈਂ ਇੱਕ ਐਗਜ਼ਾਮਪਲ ਲੈਣਾ। ਮੰਨ ਲਓ ਕਿ ਪੰਜਾਬ ਦੇ ਕਿਸੇ ਇੱਕ ਅੰਮ੍ਰਿਤਸਰ ਦੇ ਕਿਸੇ ਇੱਕ ਲੋਕੇਸ਼ਨ ਵਿੱਚ ਕੁਝ ਕ੍ਰਾਈਮ ਹੋਇਆ, ਠੀਕ ਹੈ। ਇਸ ਕ੍ਰਾਈਮ ਦੀ ਜਿਹੜੀ ਜੁਰਿਸਡਿਕਸ਼ਨ ਹੋਏਗੀ ਉਹ ਇਸੀ
ਪੁਲਿਸ ਥਾਣੇ ਵਿੱਚ ਹੋਏਗੀ, ਇਹ ਕਿਸੇ ਹੋਰ ਲੋਕੇਸ਼ਨ 'ਤੇ ਜਾ ਕੇ ਆਪਣੀ FIR ਨਹੀਂ ਦਰਜ ਕਰਾ ਸਕਦਾ। ਮਤਲਬ ਜਿਹੜੇ ਉਹਦੇ ਰਿਲੇਟਿਵਸ ਹੋਣਗੇ ਜਿਸ ਦੇ ਨਾਲ ਕੁਝ ਗਲਤ ਹੋਇਆ ਹੋਏਗਾ, ਉਹਦੇ ਰਿਲੇਟਿਵ ਜਾ ਕੇ ਜੇ FIR ਦਰਜ ਕਰਾਏਂਗੇ, ਉਹ ਕਿਸੇ ਮਤਲਬ ਕਿ ਲੋਕੇਸ਼ਨ 'ਤੇ ਨਹੀਂ ਜਾ ਸਕਦੇ। ਸਮਝੇ? ਤਾਂ ਉਰੇ ਇਹ ਕਹਿਣਾ ਚਾਹ ਰਿਹਾ ਕਿ ਇੰਟਰਨੈਟ 'ਤੇ ਕੋਈ ਮਤਲਬ ਕਿ ਇਹ ਸੀਮਾ ਹੀ ਨਹੀਂ ਹੈ, ਉਹਦਾ ਬੋਰਡਰਲੈਸ ਹੈ। ਇਨਫੋਰਮੇਸ਼ਨ ਤਾਂ ਆਲ ਓਵਰ ਇੰਡੀਆ, ਆਲ ਓਵਰ ਵਰਲਡ ਵਿੱਚ ਹੈ। ਮਾਫ ਕਰਿਓ, ਤਾਂ ਕਿਹੜੀ ਜੁਡੀਕੇਸ਼ਨ ਕੰਮ ਕਰੇਗੀ? ਕਹਿੰਦੇ ਇੰਡੀਅਨ ਕੋਰਟ ਹੈਵ ਯੈਟ ਟੂ ਡੀਲ ਡਾਇਰੈਕਟਲੀ ਵਿਦ ਦੀ ਕੁਐਸਚਨ ਆਫ ਸੋਸ਼ਲ ਮੀਡੀਆ ਕੰਟੈਂਟ ਬੀਇੰਗ ਪਬਲਿਕ ਔਰ ਪ੍ਰਾਈਵੇਟ ਇਨਫੋਰਮੇਸ਼ਨ। ਠੀਕ ਹੈ, ਹੁਣ ਗੱਲ ਕਰਦੇ ਹਾਂ ਕਿ ਜਿਹੜੀਆਂ ਪ੍ਰਾਈਵੇਟ ਫਰਮਸ ਹੈ ਜਿਹੜੀਆਂ, ਉਹ ਕਿਸ ਤਰ੍ਹਾਂ ਐਕਸਪਲੋਇਟ ਕਰ ਰਹੀਆਂ ਨੇ। ਠੀਕ ਹੈ, ਕਹਿੰਦੇ ਹਾਊ ਪ੍ਰਾਈਵੇਟ ਫਰਮਸ ਆਰ ਐਕਸਪਲੋਇਟਿੰਗ ਦੀ ਇਲੈਕਸ਼ਨ ਪ੍ਰੋਸੈਸ। ਕਹਿੰਦੇ ਪ੍ਰਾਈਵੇਟ ਡਾਟਾ analytics companies have emerged to exploit the electoral process with the sole objective of customizing political messaging. ਕਹਿੰਦੇ while the customization of the political messaging is not as per the illegal to it certainly is unlawful to indulge in unauthorized data mining and collection by the industry. ਕਹਿੰਦੇ many private enterprises routinely share the personal data of the individual with third party including the political organization. ਮੈਂ ਹੁਣੇ ਗੱਲ ਕੀਤੀ ਸੀ ਪਿੱਛੇ ਕਿ ਇਹਦੀ ਐਗਜ਼ਾਮਪਲ ਤੁਸੀਂ ਡੋਨਲਡ ਟਰੰਪ ਦੇ ਇਲੈਕਸ਼ਨਸ ਨਾਲ ਲੈ ਸਕਦੇ ਹੋ ਕਿ ਉਸ ਵਿੱਚ ਫੇਸਬੁੱਕ ਨੇ ਵੀ ਮਦਦ ਕੀਤੀ ਸੀ। ਉਸਨੇ ਮਤਲਬ ਕਿ ਇਨਫੋਰਮੇਸ਼ਨ ਮੈਂ ਦੱਸਦਾ, ਵੈਸੇ ਉਹਦੀ ਪੂਰੀ ਮਤਲਬ ਡਾਇਰੈਕਟਲੀ ਮਦਦ ਨਹੀਂ ਸੀ, ਤਾਂ ਮਤਲਬ ਵੈਸੇ ਬਣਦਾ ਤਾਂ ਉਹਦਾ ਵੀ ਹੈ ਨਾਲ ਹੀ ਫੇਸਬੁੱਕ ਦਾ। ਕਿ ਸਪੋਜ਼ ਕਰੋ ਇੱਕ ਬੰਦਾ ਕਿ ਆਪਣੀ ਗੱਲ ਕਰ ਲੈਂਦੇ ਹਾਂ, ਡੋਨਲਡ ਟਰੰਪ ਹੈ, ਉਹ ਰੈਲੀ ਕਰਨ ਜਾਂਦਾ ਹੈ। ਠੀਕ ਹੈ, ਕਿਸੇ ਇੱਕ ਲੋਕੇਸ਼ਨ ਵਿੱਚ ਉਹ ਰੈਲੀ ਕਰਨ ਤੋਂ ਪਹਿਲਾਂ ਕੁਛ ਆਪਣੇ ਸਪੀਚ ਬਾਰੇ ਗੱਲ ਕਰੇਗਾ। ਠੀਕ ਹੈ, ਸਪੀਚ ਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰੇਗਾ, ਯਾਨੀ ਕਿ ਪ੍ਰੀਪੇਅਰ ਕਰੇਗਾ ਕਿਹੜੀ ਚੀਜ਼ਾਂ ਬੋਲਣੀ, ਕਿਹੜੀ ਚੀਜ਼ ਨਹੀਂ ਬੋਲਣੀ। ਡਨ। ਤਾਂ ਉਸ ਚੀਜ਼ਾਂ ਵਿੱਚ ਉਸ ਲੋਕੇਸ਼ਨ ਜਾਂ ਉਸ ਏਰੀਏ ਲਈ ਕੁਛ ਕਹਿਣਾ ਤਾਂ ਚਾਹੇਗਾ, ਐਸਾ ਮੋਟੀਵੇਟ ਕਹਿਣਾ ਚਾਹੇਗਾ ਕਿ ਲੋਕ ਉਹਦੇ ਲਈ ਵੋਟ ਕਰਨ, ਨਹੀਂ ਤਾਂ ਗੱਲ ਕੀ ਨਿਕਲ ਕੇ ਸਾਹਮਣੇ ਆਏਗੀ। ਡਨ। ਲੋਕੀ ਤਾਂ ਇਹ ਚਾਹਾਂਗੇ ਨਾ ਕਿ ਸਾਡੇ ਏਰੀਏ ਲਈ ਕੁਛ ਕਰ ਜਾਂ ਸਾਡੇ ਲਈ ਕੁਛ ਕਰ। ਠੀਕ ਹੈ, ਮਗਰ ਇਹ ਡੋਨਲਡ ਟਰੰਪ ਬਿਜ਼ਨਸਮੈਨ ਹੈ, ਇਸ ਨੂੰ ਉਸ ਲੋਕੈਲਿਟੀ ਬਾਰੇ ਕੁਛ ਨਹੀਂ ਪਤਾ। ਡਨ। ਤੇ ਇਹਨੂੰ ਕੁਛ ਵੀ ਨਹੀਂ ਪਤਾ। ਇਹ ਕੀ ਕਰ ਰਿਹਾ ਹੈ? ਇਹ ਇੰਟਰਨੈਟ ਦਾ ਯੂਜ਼ ਲੈ ਰਿਹਾ, ਯਾਨੀ ਕਿ ਡਾਟਾ ਦਾ ਯੂਜ਼ ਲੈ ਰਿਹਾ ਹੈ। ਡਾਟਾ ਦੇ ਯੂਜ਼ ਨਾਲ ਕੀ ਕਰ ਰਿਹਾ ਹੈ ਕਿ ਇਹਨਾਂ ਲੋਕਾਂ ਦੇ ਟੇਸਟ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਬਿਹੇਵੀਅਰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਲਾਈਕਿੰਗ ਡਿਸਲਾਈਕਿੰਗ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿੰਨੀ ਏਜ ਦੇ ਉਮਰ ਦੇ ਲੋਕ ਆ ਉੱਥੇ ਰਹਿੰਦੇ ਹੈ, ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਜ਼ਿਆਦਾ ਅਡਲਟ ਹੈ ਜਾਂ ਨੋਨ ਅਡਲਟ ਹੈ, ਸੀਨੀਅਰ ਹੈ ਜ਼ਿਆਦਾ ਮਿਡ ਏਜ ਦੇ ਹੈ। ਇਹਨਾਂ ਚੀਜ਼ਾਂ ਦੀ ਜਾਣਨ ਦੀ ਕੋਸ਼ਿਸ਼ ਕਰ ਰਿਹਾ। ਇਹਨਾਂ ਚੀਜ਼ਾਂ ਨੂੰ ਜਾਣ ਕੇ ਫਿਰ ਇੱਕ ਸਪੀਚ ਤਿਆਰ ਹੁੰਦੀ ਹੈ। ਉਸ ਸਪੀਚ ਵਿੱਚ ਉਹਨਾਂ ਮੋਟੀਵੇਟ ਚੀਜ਼ਾਂ ਦੀ ਗੱਲ ਕੀਤੀ ਹੁੰਦੀ ਹੈ ਜੋ ਉਸ ਨੂੰ ਡਾਟਾ ਦੁਆਰਾ ਮਿਲੀ ਹੁੰਦੀ ਹੈ। ਡਨ। ਤਾਂ ਉਹੀ ਗੱਲ ਆ ਗਈ ਕਿ ਥਰਡ ਪਾਰਟੀ ਕਿਸ ਤਰ੍ਹਾਂ ਯੂਜ਼ ਕਰਦੀ ਹੈ। ਡਨ। ਓਕੇ, the fact that there are dedicated IT cells which carry out a digital form of warfare with the propaganda and fake news being two powerful weapons is making things more complicated. Example ਹੀ ਲਾ ਲਓ, ਤਬਲੀਗੀ ਜਮਾਤ ਦੀ ਗੱਲ ਕਰਾਂ ਤੁਹਾਡੇ ਸਾਹਮਣੇ, ਕੀ ਨਿਕਲ ਕੇ ਸਾਹਮਣੇ ਆਇਆ? ਕੋਰਟ ਨੇ ਕੀ ਕਿਹਾ? ਕਹਿੰਦਾ ਕਿਸੇ ਦੇ ਖਿਲਾਫ FIR ਨਹੀਂ ਬਣਦੀ, ਸਾਰਿਆਂ ਨੂੰ ਕੁਐਸ਼ ਕਰਤਾ ਉਸਨੇ। ਤੇ ਇੱਕ ਕੀ ਸੀ? ਪ੍ਰੋਪੇਗੈਂਡਾ ਹੀ ਫੈਲਾਇਆ ਗਿਆ ਸੀ। ਤਕਲੀਫ ਕਿਹਨੂੰ ਹੋਈ? ਮੁਸਲਮਾਨਾਂ ਨੂੰ ਹੋਈ, ਡਿਸਕ੍ਰਿਮੀਨੇਸ਼ਨ ਹੋਇਆ। ਇੱਕ ਫਲ ਵੇਚਣ ਵਾਲਾ ਇਨਸਾਨ, ਠੀਕ ਹੈ, ਇੱਕ ਮੁਸਲਮਾਨ ਸੀ ਕੋਈ, ਠੀਕ ਹੈ, ਉਹਦਾ ਧਰਮ ਮੁਸਲਮਾਨ ਸੀ, ਹੈ ਤਾਂ ਇਨਸਾਨ ਸੀ ਨਾ, ਉਹ ਫਲ ਵੇਚ ਰਿਹਾ ਸੀ। ਜਦੋਂ ਉਹ ਫਲ ਵੇਚ ਰਿਹਾ ਸੀ, ਠੀਕ ਹੈ, ਜਦੋਂ ਤਬਲੀਗੀ ਜਮਾਤ ਦੀ ਗੱਲ ਨਿਕਲ ਕੇ ਸਾਹਮਣੇ ਆਈ ਤਾਂ ਲੋਕਾਂ ਨੇ ਉਸ ਤੋਂ ਫਲ ਲੈਣਾ ਹੀ ਬੰਦ ਕਰਤਾ। ਉਹਦੀ ਤਾਂ ਰੋਟੀ ਰੋਜੀ ਤੁਸੀਂ ਮਾਰਤੀ। ਠੀਕ ਹੈ, ਕਿਸੇ ਵੀ ਤਰੀਕੇ ਨਾਲ ਯੂਜ਼ ਕੀਤਾ ਜਾ ਸਕਦਾ। ਹੁਣ ਡਾਟਾ ਤੁਹਾਨੂੰ ਇਹ ਵੀ ਡਿਫਾਈਨ ਕਰਦਾ ਕਿ ਤੁਸੀਂ ਕਿਸ ਰਿਲੀਜਨ ਦੇ ਹੋ। ਠੀਕ ਹੈ ਨਾ, ਡਾਟਾ ਇਹ ਡਿਫਾਈਨ ਕਰਵਾ ਲੈਂਦਾ ਉਹ ਕਿ ਤੁਸੀਂ ਕਿਸ ਰਿਲੀਜਨ ਦੇ ਹੋ, ਤੁਹਾਨੂੰ ਕਿਹੜਾ ਰਿਲੀਜਨ ਪਸੰਦ ਹੈ, ਕਿਹੜਾ ਰਿਲੀਜਨ ਤੁਹਾਨੂੰ ਨਹੀਂ ਪਸੰਦ ਹੈ। ਤੁਹਾਡੇ ਕਮੈਂਟ ਤੋਂ, ਤੁਹਾਡੀ ਲਾਈਕਿੰਗ ਤੋਂ, ਤੁਹਾਡੀ ਡਿਸਲਾਈਕਿੰਗ ਤੋਂ, ਕਿਸੇ ਵੀ ਪੋਸਟ ਉੱਪਰ, ਕਿਸੇ ਵੀ ਚੀਜ਼ ਉੱਪਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਰਿਲੀਜਨ ਦੇ ਖਿਲਾਫ ਵੀ ਡਿਸਲਾਈਕ ਕਰਦੇ ਨੇ। ਤਾਂ ਇਸ ਤਰ੍ਹਾਂ ਦੇ ਪ੍ਰੋਪੇਗੈਂਡੇ ਫੈਲਾਏ ਜਾਂਦੇ ਨੇ। ਤਾਂ ਮੈਂ ਜੇ ਇੰਨੀਆਂ ਚੀਜ਼ਾਂ ਦੱਸਾਂ ਤੁਹਾਨੂੰ, ਤਾਂ ਤੁਹਾਨੂੰ ਆਪਣੇ ਆਪ ਹੀ ਹੁਣ ਤੱਕ ਲੱਗ ਗਿਆ ਹੋਣਾ ਕਿ ਕਿਉਂ ਸਾਡਾ ਜਿਹੜਾ ਡਾਟਾ ਉਹ ਸਾਡੇ ਬਿਨਾਂ ਕੰਸੈਂਟ ਤੋਂ ਨਹੀਂ ਸ਼ੇਅਰ ਹੋਣਾ ਚਾਹੀਦਾ। ਜੋ ਸਾਡਾ ਪਰਸਨਲ ਡਾਟਾ ਉਹ ਸਾਡੇ ਬਿਨਾਂ ਕੰਸੈਂਟ ਤੋਂ ਨਹੀਂ ਸ਼ੇਅਰ ਹੋਣਾ ਚਾਹੀਦਾ। ਸਮਝੇ?
ਕਹਿੰਦੇ ਦ ਪ੍ਰੈਜ਼ੈਂਟ ਲੀਗਲ ਫਰੇਮਵਰਕ ਲੀਵ ਦਿਸ menaces outside the ambit of election laws as they are framed in a time and space that was primitive when compared to contemporary technology advancement. Done? ਹੁਣ ਕਹਿੰਦੇ ਜੀ ਪ੍ਰਾਈਵੇਸੀ, ਇੱਕ ਪ੍ਰਾਈਵੇਸੀ ਹਰੇਕ ਦੀ ਹੁੰਦੀ ਹੈ। ਕੋਈ ਨਾ ਕੋਈ ਇਨਸਾਨ ਭਾਵੇਂ ਉਹ ਨਿੱਕਾ ਮਤਲਬ ਕਿ ਬੱਚਾ ਤਾਂ ਚਲੋ ਮੈਂ ਕੀ ਕਹਾਂ ਨੋਨ ਅਡਲਟ ਵੀ ਉਹ ਵੀ ਇੱਕ ਪ੍ਰਾਈਵੇਸੀ ਰੱਖਦਾ। ਡਨ? ਇੱਕ ਅਡਲਟ ਉਹ ਵੀ ਪ੍ਰਾਈਵੇਸੀ ਰੱਖਦਾ, ਭਾਵੇਂ ਉਹ ਗਰਲ ਹੈ ਬੋਆਏ ਹੈ ਕੋਈ ਵੀ, ਆਪਣੀ ਇੱਕ ਪ੍ਰਾਈਵੇਸੀ ਹੁੰਦੀ ਹੈ ਹਰੇਕ ਦੀ। ਅੱਜ ਕੱਲ੍ਹ ਆਪਣੇ ਲੋਕੀ ਮਾਪਿਓ ਤੋਂ ਵੀ ਕਹਿੰਦੇ ਕਿ ਮੇਰੀ ਇੱਕ ਪ੍ਰਾਈਵੇਸੀ ਹੋਣੀ ਚਾਹੀਦੀ ਹੈ। ਚਲੋ ਉਹ ਤਾਂ ਅਲੱਗ ਗੱਲ ਹੈ, ਇੱਕ ਐਗਜ਼ਾਮਪਲ ਆ ਰਿਹਾ ਸੀ। ਤਾਂ ਉਹਨਾਂ ਨੇ ਪੁੱਛਿਆ ਕਿ ਪ੍ਰਾਈਵੇਸੀ ਕਿਆ ਫੰਡਾਮੈਂਟਲ ਰਾਈਟ ਹੈ? ਜੋ ਸਾਨੂੰ ਫੰਡਾਮੈਂਟਲ ਰਾਈਟ ਮਿਲੇ ਹੋਏ ਨੇ, ਠੀਕ ਹੈ, ਇੰਨੇ ਮਜ਼ਬੂਤ ਫੰਡਾਮੈਂਟਲ ਰਾਈਟ ਮਿਲੇ ਹੋਏ ਨੇ। ਡਨ? ਆਰਟੀਕਲ 12 ਤੋਂ 35, ਚਲੋ ਨੋਰਮਲ ਤਾਂ ਆਪਾਂ 14 ਤੋਂ ਹੀ ਲਾਵਾਂਗੇ, 12-35 ਤਾਂ ਇੰਟਰੋਡਕਸ਼ਨ ਹੀ ਹੈ ਇੱਕ ਤਰੀਕੇ ਨਾਲ। ਜਿਹੜੇ ਇੰਨੇ ਮਜ਼ਬੂਤ ਸਾਨੂੰ ਮਿਲੇ ਹੋਏ ਨੇ, ਕਿਆ ਵਾਕਈ ਉਸ ਵਿੱਚ ਫੰਡਾਮੈਂਟਲ ਰਾਈਟ ਵਿੱਚ ਪ੍ਰਾਈਵੇਸੀ ਬਾਰੇ ਗੱਲ ਕੀਤੀ ਹੋਈ ਹੈ? ਜੇ ਤੁਹਾਨੂੰ ਪਤਾ ਹੈ ਤਾਂ ਬਹੁਤ ਅੱਛੀ ਗੱਲ ਹੈ, ਜੇ ਨਹੀਂ ਪਤਾ ਤਾਂ ਸੁਪਰੀਮ ਕੋਰਟ ਨੇ ਕਈ ਵਾਰੀ ਕਿਹਾ, ਕਹਿੰਦੇ ਔਨ ਦਾ ਪ੍ਰਾਈਵੇਸੀ, ਮਾਫ ਕਰਿਓ, ਕਹਿੰਦੇ ਔਨ ਦਾ ਪ੍ਰਾਈਵੇਸੀ ਫਰੰਟ even after the Supreme Court of India had declared privacy as a fundamental right, the government insisted in affidavit in the top court that information privacy or data privacy cannot be a fundamental right. ਕਹਿੰਦੇ ਸਾਫ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਫੰਡਾਮੈਂਟਲ ਰਾਈਟ ਹੈ, ਪ੍ਰਾਈਵੇਸੀ ਇਜ਼ ਅ ਫੰਡਾਮੈਂਟਲ ਰਾਈਟ। ਆਰਟੀਕਲ 21 ਦੇ ਵਿੱਚ ਉਹਨਾਂ ਨੇ ਦੱਸਤਾ ਕਿ ਇੰਡੀਵਿਜੂਅਲ ਦਾ ਰਾਈਟ ਹੈ। ਬਟ ਕਹਿੰਦੇ ਇੱਕ ਗੌਰਮੈਂਟ ਦੇਖ ਆਪਣੀ ਗੌਰਮੈਂਟ ਨੇ ਐਫੀਡੇਵਿਟ ਪਾਇਆ ਇਸ ਦੇ ਖਿਲਾਫ ਕਿ ਡਾਟਾ ਪ੍ਰਾਈਵੇਸੀ ਜਾਂ ਇਨਫੋਰਮੇਸ਼ਨ ਪ੍ਰਾਈਵੇਸੀ ਜਿਹੜੀ ਹੈ ਉਹ ਫੰਡਾਮੈਂਟਲ ਰਾਈਟ ਨਹੀਂ ਹੋ ਸਕਦੀ। ਥਰੂ ਦਾ ਪ੍ਰੋਟੈਕਸ਼ਨ ਆਫ ਦੀ ਪਰਸਨਲ ਡਾਟਾ ਹੈਜ਼ ਬੀਨ ਰਿਕਗਨਾਈਜ਼ਡ ਐਜ਼ ਦਾ ਫੰਡਾਮੈਂਟਲ ਰਾਈਟ, ਦੇਅਰ ਇਜ਼ ਐਨ ਐਬਸੈਂਸ ਲਾਅ ਟੂ ਇਫੈਕਟਿਵਲੀ ਆਊਟਲਾਈਨ ਦੀ ਸਟੇਟ ਪਰਪਸ ਕਲੈਕਟਿੰਗ ਸੱਚ ਡਾਟਾ ਐਂਡ ਅਫੋਰਡਸ ਦੀ ਲਿਮਿਟ ਐਂਡ ਬੈਲੈਂਸ ਦੀ ਰਾਈਟਸ ਆਫ ਸਿਟੀਜ਼ਨ ਅੰਗੇਜ ਦੀ ਲਾਰਜ ਪਬਲਿਕ ਇੰਟਰਸਟ। ਇਹਦਾ ਰੀਜ਼ਨ ਇਹ ਚੀਜ਼ ਦਿੱਤੀ ਇਹਨਾਂ ਨੇ, ਠੀਕ ਹੈ, ਇੱਕ ਲਾਰਜ ਪਬਲਿਕ ਇੰਟਰਸਟ ਲਈ ਜੇ ਸਾਨੂੰ ਡਾਟਾ ਨੂੰ ਮਤਲਬ ਸਹੀ ਤਰੀਕੇ ਨਾਲ ਮੋਨੀਟਰ ਕਰਨਾ ਹੈ ਜਾਂ ਸਹੀ ਤਰੀਕੇ ਨਾਲ ਮੈਨੇਜ ਕਰਨਾ ਹੈ ਤਾਂ ਉਹਦੇ ਲਈ ਸਾਨੂੰ ਇਹ ਫੰਡਾਮੈਂਟਲ ਰਾਈਟ ਨਹੀਂ ਰੱਖ ਸਕਦੇ ਆਪਾਂ। ਯਾਨੀ ਕਿ ਜੇ ਆਪਾਂ ਨੂੰ ਆਪਣੇ ਲਾਰਜ ਪਬਲਿਕ ਇੰਟਰਸਟ ਲਈ ਕੰਮ ਕਰਨਾ ਹੈ, ਪਬਲਿਕ ਇੰਟਰਸਟ ਲਈ ਕੰਮ ਕਰਨਾ ਗੌਰਮੈਂਟ ਕਹਿ ਰਹੀ ਹੈ, ਤਾਂ ਅਸੀਂ ਡਾਟਾ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਫੰਡਾਮੈਂਟਲ ਰਾਈਟ ਹੈ ਤਾਂ ਅਸੀਂ ਕੁਛ ਨਹੀਂ ਕਰ ਸਕਦੀ। ਗੌਰਮੈਂਟ ਨੂੰ ਕਿਤੇ ਨਾ ਕਿਤੇ ਰੈਗੂਲੇਟ ਕਰਨਾ ਪਏਗਾ। ਗੱਲ ਇਹ ਗੱਲ ਨਹੀਂ ਹੈ ਕਿ ਇਸ ਨੂੰ ਰੈਗੂਲੇਟ ਨਾ ਕਰੋ ਰੈਗੂਲੇਟ, ਸਗੋਂ ਹੋਰ ਅੱਛੀ ਗੱਲ ਹੈ ਕਿ ਰੈਗੂਲੇਟ, ਮਗਰ ਇੱਕ ਬੈਲੈਂਸ ਅਪਰੋਚ ਹੋਣੀ ਚਾਹੀਦੀ ਹੈ। ਬੈਲੈਂਸ ਅਪਰੋਚ ਸਮਝ ਰਹੇ ਹੋ ਕਿ ਮੈਂ ਇਹ ਕਹਿ ਰਿਹਾ ਕਿ ਮੰਨ ਲਓ ਬੈਲੈਂਸ ਅਪਰੋਚ ਕਿ ਤੁਹਾਡਾ ਕੰਸੈਂਟ ਹੋਣਾ ਚਾਹੀਦਾ ਹੈ। ਕਿਹੜਾ ਪਰਸਨਲ ਐਸਾ ਡਾਟਾ ਜਿਸ ਨੂੰ ਤੁਹਾਡੇ ਬਿਨਾਂ ਕੰਸੈਂਟ ਤੋਂ ਨਹੀਂ ਲਿੱਤਾ ਜਾ ਸਕਦਾ। ਡਨ? ਇੱਕ ਐਗਜ਼ਾਮਪਲ ਲੈਣਾ, ਆਧਾਰ ਐਕਟ ਡਾਇਲੂਟਡ ਦੀ ਨੋਸ਼ਨ ਆਫ ਪ੍ਰਾਈਵੇਸੀ ਐਂਡ ਸਟੈਂਡਰਡ ਆਫ ਪ੍ਰੋਪੋਰਸ਼ਨੈਲਿਟੀ ਟੈਸਟ ਸੈਟ ਅਪ ਬਾਈ ਦਾ ਸੁਪਰੀਮ ਕੋਰਟ। ਤੁਸੀਂ ਆਧਾਰ ਦੇਖੋ, ਅੱਜ ਜਣਾ ਖਣਾ ਆਧਾਰ ਕਾਰਡ ਮੰਗਦਾ ਤੁਹਾਡੇ ਤੋਂ, ਕਦੀ ਆਪਾਂ ਨੇ ਕੁਐਸਚਨ ਪੁੱਟ ਕੀਤਾ ਕਿ ਤੁਹਾਨੂੰ ਸਾਡਾ ਆਧਾਰ ਕਾਰਡ ਕਿਉਂ ਚਾਹੀਦਾ? ਤੁਸੀਂ ਸਾਡੇ ਤੋਂ ਨੋਰਮਲ ਪ੍ਰੂਫ ਵੀ ਤਾਂ ਲੈ ਸਕਦੇ ਹੋ, ਆਧਾਰ ਕਾਰਡ ਹੀ ਕਿਉਂ ਚਾਹੀਦਾ? ਗੱਲ ਤਾਂ ਸਾਰੇ ਡਾਟੇ ਦੀ ਆ ਜਾਂਦੀ ਹੈ ਨਾ। ਡਨ? ਕਹਿੰਦੇ ਇਨ ਅਨਗੋਇੰਗ ਟਾਈਮ ਈਵਨ ਦੀ ਆਰੋਗਿਆ ਸੇਤੂ ਐਪ ਇਜ਼ ਬੈਟਲਿੰਗ ਟੂ ਸੈਟਿਸਫਾਈ ਦੀ ਕੌਨਸਾਇੰਸ ਆਫ ਪ੍ਰਾਈਵੇਸੀ ਓਵਰਸੀਜ਼। ਕਹਿੰਦੇ ਪਿੱਛੇ ਆਰੋਗਿਆ ਸੇਤੂ ਐਪ ਆਇਆ ਸੀ, ਹੁਣ ਹਰੇਕ ਨੂੰ ਕਹਿ ਤਾ ਕਿ ਆਰੋਗਿਆ ਸੇਤੂ ਐਪ ਤੁਹਾਨੂੰ ਇੰਸਟਾਲ ਕਰਨਾ ਹੈ। ਡਨ? ਰੀਜ਼ਨ ਸਹੀ ਤਰੀਕੇ ਨਾਲ ਡਿਫਾਈਨ ਨਹੀਂ ਹੈ। ਇਸ ਵਿੱਚ ਰੀਜ਼ਨ ਕਿਆ ਡਿਫਾਈਨ ਨਹੀਂ ਹੈ, ਕਿਆ ਚੀਜ਼ ਡਿਫਾਈਨ ਨਹੀਂ ਹੈ? ਪ੍ਰੋਟੈਕਸ਼ਨ ਆਫ ਡਾਟੇ ਦੀ ਗੱਲ ਤਾਂ ਬਿਲਕੁਲ ਡਿਫਾਈਨ ਨਹੀਂ ਹੈ। ਕਿਸ ਹੱਦ ਤੱਕ ਤੁਸੀਂ ਸਾਡਾ ਡਾਟਾ ਲੈ ਰਹੇ ਹੋ? ਲੋਕੇਸ਼ਨ ਤੁਹਾਡੇ ਕੋਲ ਸਾਡੀ ਆ ਰਹੀ ਹੈ, ਤੁਹਾਨੂੰ ਪਤਾ ਲੱਗ ਰਿਹਾ ਅਸੀਂ ਕਿੱਥੇ ਜਾ ਰਹੇ ਹਾਂ, ਕਿੱਥੇ ਆ ਰਹੇ ਹਾਂ। ਸਾਡਾ ਤਾਂ ਕੁਛ ਵੀ ਪ੍ਰੋਟੈਕਸ਼ਨ ਵਿੱਚ ਨਹੀਂ ਹੈ। ਲੋਕੀ ਤਾਂ ਕੰਟੀਨਿਊ ਸਫਰ ਕਰ ਰਹੀ ਰਹੇ ਇਸ ਚੀਜ਼ ਤੋਂ, ਕਾਫੀ ਤਰੀਕੇ ਨਾਲ ਡਾਟਾ ਦੇ ਚੋਰੀ ਦੇ ਖਤਰੇ ਨਿਕਾਲ ਕੇ ਸਾਹਮਣੇ ਆਉਂਦੇ ਆ। ਹੁਣ ਕਿਸੇ ਦਾ ਕੋਈ ਬੈਂਕ ਅਕਾਊਂਟ ਦੀ ਡਿਟੇਲਸ ਪਤਾ ਨਹੀਂ ਕਿਸ ਤਰ੍ਹਾਂ ਕਿਸੇ ਬੰਦੇ ਕੋਲ ਪਹੁੰਚ ਜਾਂਦੀ ਹੈ, ਠੀਕ ਹੈ, ਉਹ ਉਸ ਬੰਦੇ ਕੋਲ ਪਹੁੰਚ ਜਾਂਦੀ ਹੈ ਅਤੇ ਉਹ ਆਪਣਾ ਕੰਮ ਵੀ ਕਢਾ ਲੈਂਦਾ। ਡਾਟਾ ਦਾ ਇੰਨਾ ਖਤਰਾ ਹੋ ਜਾਂਦਾ। ਇੱਕ ਰਿਪੋਰਟ ਮੈਂ ਤੁਹਾਡੇ ਸਾਹਮਣੇ ਲਿਆਇਆ, Indian cyber security watchdog CERT-In last year reported huge data theft of Facebook and Twitter usage by malicious third-party apps. Reportedly, more than 1.3 million credit and debit card details from the Indian banks and data of 6.8 million users from an Indian healthcare website were stolen in the same year. एक रिपोर्ट है CERT-In ਦੀ ਕਿ ਸਾਡੇ ਡਾਟਾ ਨੂੰ ਇਸ ਤਰੀਕੇ ਨਾਲ ਮਿਸਯੂਜ਼ ਕੀਤਾ ਗਿਆ। थर्ड पार्टी को सारा डाटा पहुंच गया। डन?
ਤਾਂ ਇਹਦੇ ਵਿੱਚ ਇੱਕ ਕੇਸ ਵੀ ਨਿਕਾਲ ਕੇ ਸਾਹਮਣੇ ਆਇਆ ਸੀ ਜਿਸ ਵਿੱਚ ਇਹ ਡਿਫਾਈਨ ਕੀਤਾ ਗਿਆ ਸੀ ਕਿ ਜਿਹੜਾ ਪ੍ਰਾਈਵੇਸੀ ਹੈ ਉਹ ਫੰਡਾਮੈਂਟਲ ਰਾਈਟ ਹੈ। ਕਿਹੜਾ ਕੇਸ ਸੀ ਆਪਣਾ? ਜਸਟਿਸ ਕੇ.ਐਸ. ਪੁੱਟਾ ਸਵਾਮੀ ਵਿਸ ਯੂਨੀਅਨ ਆਫ ਇੰਡੀਆ। ਠੀਕ ਹੈ, ਜਸਟਿਸ ਕੇ.ਐਸ. ਪੁੱਟਾ ਸਵਾਮੀ ਵਰਸਸ ਯੂਨੀਅਨ ਆਫ ਇੰਡੀਆ। ਠੀਕ ਹੈ ਫਰੈਂਡਸ, ਤਾਂ ਇਸ ਵਿੱਚ ਮਤਲਬ ਕਿ ਪਹਿਲੇ ਡਾਟਾ ਨੂੰ ਲੈ ਕੇ ਬਹੁਤ ਜ਼ਿਆਦਾ ਕੰਮ ਖਰਾਬ ਸੀ ਕਿ ਪਹਿਲੇ ਜਦੋਂ ਆਧਾਰ ਕਾਰਡ ਆਇਆ ਸੀ ਹਰੇਕ ਕੋਈ ਆਧਾਰ ਕਾਰਡ ਮੰਗਦਾ ਸੀ। ਤਾਂ 2017 ਵਿੱਚ ਇਹ ਕੇਸ ਨਿਕਾਲ ਕੇ ਸਾਹਮਣੇ ਆਇਆ ਸੀ, ਕਹਿੰਦੇ ਵੈਨ ਦ ਸੁਪਰੀਮ ਕੋਰਟ ਇਨ ਜਸਟਿਸ ਕੇ.ਐਸ. ਪੁੱਟਾ ਸਵਾਮੀ ਵਰਸਸ ਯੂਨੀਅਨ ਆਫ ਇੰਡੀਆ ਹੈਲਡ ਦੈਟ ਦ ਇੰਡੀਅਨ ਕਨਸਟੀਟਿਊਸ਼ਨ ਇੰਕਲੂਡਿਡ ਅ ਫੰਡਾਮੈਂਟਲ ਰਾਈਟ ਟੂ ਦ ਪ੍ਰਾਈਵੇਸੀ, ਕਿ ਇੱਕ ਫੰਡਾਮੈਂਟਲ ਰਾਈਟ ਹੈ। ਕਹਿੰਦੇ ਵਾਈਲ ਡਿਸਾਈਡਿੰਗ, ਹੁਣ ਅੱਗੇ ਗੱਲ ਕਰਦੇ ਹਾਂ, ਕਹਿੰਦੇ ਹੁਣ ਪ੍ਰਾਈਵੇਸੀ ਉੱਪਰ ਹੋਣਾ ਤਾਂ ਚਾਹੀਦਾ ਕਿ ਕਿੱਥੇ ਤੱਕ ਤੁਸੀਂ ਉਸਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਮਗਰ ਇਹ ਚੀਜ਼ ਨਹੀਂ ਆਈ। ਸੁਪਰੀਮ ਕੋਰਟ ਨੇ ਕਹਿ ਵੀ ਦਿੱਤਾ ਬਟ ਤਾਂ ਵੀ ਹਲੇ ਤੱਕ ਉਸ ਦੇ ਉੱਪਰ ਸਹੀ ਤਰੀਕੇ ਨਾਲ ਕੁਝ ਵੀ ਡਿਫਾਈਨ ਨਹੀਂ ਹੈ ਗੌਰਮੈਂਟ ਕੀ ਕਰਨ ਜਾ ਰਹੀ ਹੈ। ਉਹਨਾਂ ਨੇ ਸੁਪਰੀਮ ਕੋਰਟ ਨੇ ਇਹ ਵੀ ਕਹਿ ਦਿੱਤਾ ਕਿ ਇਨਫੋਰਮੇਸ਼ਨ ਜਿਹੜੀ ਪ੍ਰਾਈਵੇਸੀ ਹੈ ਟੂ ਬੀ ਸਬਸੈਟ ਆਫ ਦੀ ਰਾਈਟ ਟੂ ਪ੍ਰਾਈਵੇਸੀ, ਦੈਨ ਇਹ ਵੀ ਉਸਦੇ ਅੰਦਰ ਇਨਕਲੂਡ ਹੁੰਦਾ ਹੈ। ਠੀਕ ਹੈ ਫਰੈਂਡਸ, ਤਾਂ ਹੁਣ ਤੱਕ ਜੇ ਕੋਈ ਡਾਟੇ ਦੇ ਉੱਪਰ ਕੋਈ ਵੀ ਪ੍ਰੋਬਲਮ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਕਿਸੇ ਦੇ ਪ੍ਰਾਈਵੇਟ ਡਾਟਾ ਉੱਪਰ ਕੰਮ ਹੁੰਦਾ, ਕੁਛ ਵੀ ਹੁੰਦਾ, ਉਹਦੇ ਸਿਰਫ ਇੱਕੋ ਹੀ ਐਕਟ ਚੱਲ ਰਿਹਾ ਹਾਲੇ ਤੱਕ, ਕੁਛ ਹੀ ਪ੍ਰੋਵੀਜ਼ਨਸ ਹੈ ਆਈਟੀ ਐਕਟ 2000 ਵਿੱਚ, ਜਿਸ ਨੂੰ ਲੈ ਕੇ ਹਮੇਸ਼ਾ ਟਾਈਮ ਟੂ ਟਾਈਮ ਅਮੈਂਡਡ ਕਰ ਦਿੱਤਾ ਜਾਂਦਾ ਹੈ। ਮਤਲਬ ਕਿ ਪ੍ਰੋਪਰ ਕੋਈ ਆਪਣੇ ਕੋਲ ਪਾਲਿਸੀ ਹਾਲੇ ਤੱਕ ਵੀ ਨਹੀਂ ਹੈ। ਠੀਕ ਹੈ ਨਾ। ਹਾਂ, ਇੱਕ ਦਸੰਬਰ 2019 ਵਿੱਚ ਤਾਂ ਗੌਰਮੈਂਟ ਇੰਟਰੋਡਿਊਸ ਕਰਦੀ ਹੈ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ 2019 ਵਿੱਚ ਇਨ ਪਾਰਲੀਮੈਂਟ, ਤਾਂ ਉਸ ਵਿੱਚ ਉਸਨੇ ਸਭ ਤੋਂ ਪਹਿਲੇ ਗੱਲ ਕਰਦੀ ਹੈ ਡਾਟਾ ਪ੍ਰੋਟੈਕਸ਼ਨ ਦੀ ਗੱਲ ਕਰਦੀ ਹੈ। ਠੀਕ ਹੈ, ਹਲੇ ਉਹ ਡਰਾਫਟ ਹੈ, ਦੇਖੋ ਹਲੇ ਉਹ ਕੀ ਬਣਦਾ। ਕਹਿੰਦੇ ਪਰਸਨਲ ਡਾਟਾ is also protected under Article 21 of the Indian Constitution, which guarantee to every citizen the right to privacy as a fundamental right. The Supreme Court has held in a number of cases that information about a person and the right to access that information by that person is also covered within ambit of right to privacy. ਜਿਸ ਜਗ੍ਹਾ ਉਹ ਸੁਪਰੀਮ ਕੋਰਟ ਨੇ ਸਾਫ਼ ਕਹਿਤਾ ਇਸ ਚੀਜ਼ ਦਾ। ਮੈਂ ਤਾਂ ਮਿਸਯੂਜ਼ ਕਿਵੇਂ ਹੋ ਰਿਹਾ, ਐਗਜ਼ਾਮਪਲ ਹੀ ਤੁਹਾਡੇ ਸਾਹਮਣੇ ਜੰਮੂ ਕਸ਼ਮੀਰ, ਉੱਥੇ ਹਲੇ ਤੱਕ ਇੰਟਰਨੈਟ ਦੀ ਸੁਵਿਧਾ ਸਹੀ ਤਰੀਕੇ ਨਾਲ ਨਹੀਂ ਮਿਲ ਰਹੀ ਬੱਚਿਆਂ ਨੂੰ। ਕਿਆ 80 ਸਟੂਡੈਂਟ ਆ ਤਾਂ ਉਹ ਜੰਮੂ ਕਸ਼ਮੀਰ ਦੇ ਬੱਚੇ ਸਟੂਡੈਂਟ ਨਹੀਂ ਹੈ? ਕਿਆ ਉਹਨਾਂ ਨੂੰ ਉਸ ਚੀਜ਼ ਦਾ ਲਾਭ ਨਹੀਂ ਮਿਲਣਾ ਚਾਹੀਦਾ? ਕਿਆ ਉਹਨਾਂ ਨੂੰ 4G ਟੈਕਨੋਲੋਜੀ ਨਹੀਂ ਮਿਲਣੀ ਚਾਹੀਦੀ? ਕਿਆ ਉੱਥੇ ਦੇ ਸਟੂਡੈਂਟ ਸਾਰੇ ਟੈਰਰਿਸਟ ਹੈ? ਚਲੋ ਮੰਨ ਲੈਂਦੇ ਹਾਂ ਤੁਸੀਂ ਕੰਟਰੋਲ ਕਰਨਾ, ਕੋਈ ਬੰਦਾ ਗਲਤ ਅਫਵਾਹ ਨਾ ਫੈਲਾਵੇ, ਚਲੋ ਕੰਟਰੋਲ ਕਰਨੀ ਅਲੱਗ ਚੀਜ਼ ਹੈ। ਕਿਆ ਉਹਨਾਂ ਦੇ ਬੱਚਿਆਂ ਨੂੰ ਰਾਈਟ ਨਹੀਂ ਹੈ ਕਿ ਉਹ ਪੜ੍ਹ ਸਕਣ, ਕੁਝ ਬਣ ਸਕਣ? ਹੁਣ ਕਿੰਨਾ, ਹੁਣ ਜੇ ਆਪਾਂ ਦੇਖੀਏ, ਆਪਾਂ ਲੋਕਡਾਊਨ 'ਚ ਰਹਿ ਰਹੇ ਹਾਂ, ਫੀਲ ਮਤਲਬ ਮੈਂ ਤੁਹਾਨੂੰ ਇੱਕ ਚੀਜ਼ ਇੱਕ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਕਿ ਲੋਕਡਾਊਨ ਚੱਲ ਰਿਹਾ, ਤੁਹਾਨੂੰ ਪਤਾ ਹਫ਼ਤੇ 'ਚ 2-3 ਦਿਨ ਦੁਕਾਨਾਂ ਬੰਦ ਰਹਿੰਦੀਆਂ, ਕੋਈ ਪੂਰਾ ਏਰੀਆ ਹੀ ਬੰਦ ਹੈ, ਕਿਤੇ ਬਿਲਕੁਲ ਨਹੀਂ ਚੱਲ ਰਿਹਾ ਕੁਝ, ਅੰਦਰੋਂ ਕਿਤੇ ਨਾ ਕਿਤੇ ਘਬਰਾਹਟ ਪੈਦਾ ਹੁੰਦੀ ਹੈ ਨਾ, ਥੋੜ੍ਹਾ ਡਰ ਜਿਹਾ ਲੱਗਦਾ। ਜੰਮੂ ਕਸ਼ਮੀਰ ਤਾਂ ਦੇਖੋ ਕਿੰਨੀ ਦੇਰ ਦਾ ਬੰਦ ਹੈ, 5 ਅਗਸਤ ਦਾ ਬੰਦ ਆ। ਉਹ ਕਸ਼ਮੀਰ ਸਹੀ ਤਰੀਕੇ ਨਾਲ ਖੁੱਲ੍ਹ ਨਹੀਂ ਪਾਇਆ ਅੱਜ ਤੱਕ, ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ। ਤਾਂ ਉਹ ਕਿਸ ਤਰ੍ਹਾਂ ਲੋਕ ਜਿੰਦੇ ਹੋਣਗੇ? ਉੱਪਰੋਂ ਦੇ ਤੁਸੀਂ ਇਹ ਚੀਜ਼ਾਂ ਅਲਾਉ ਨਹੀਂ ਕਰਦੇ, ਉੱਥੇ ਬੱਚੇ ਕਿਵੇਂ ਪੜ੍ਹਨਗੇ? ਅੱਜ ਇੰਟਰਨੈਟ ਇੰਨੀ ਵੱਡੀ ਚੀਜ਼ ਹੈ ਕਿ ਬੱਚਾ ਕੋਲ ਕੋਚਿੰਗ ਨਾ ਜਾ ਸਕੇ, ਕਮ ਸੇ ਕਮ ਉਹ ਪੜ੍ਹ ਤਾਂ ਸਕਦਾ। ਲੈਪਟਾਪ ਨਹੀਂ ਹੈ, ਚੋ ਮੋਬਾਈਲ ਦੁਆਰਾ ਪੜ੍ਹ ਸਕਦਾ। ਠੀਕ ਹੈ ਨਾ। ਕਹਿੰਦੇ ਵਟ ਇਜ਼ ਦ ਵਰਸਨਿੰਗ ਦੀ ਸਿਚੁਏਸ਼ਨ, ਕਹਿੰਦੇ ਮੋਰ ਫੋਕਸ ਕਿਸ ਦੇ ਉੱਪਰ ਕੀਤਾ ਜਾ ਰਿਹਾ? ਕੰਟਰੋਲ ਉੱਪਰ। ਠੀਕ ਹੈ, ਗਲਤੀ ਕਿੱਥੇ ਨਿਕਲ ਕੇ ਸਾਹਮਣੇ ਆ ਰਹੀ ਇਹਨਾਂ ਚੀਜ਼ਾਂ, ਜੇ ਆਪਾਂ ਗੱਲ ਕਰੀਏ ਕਿ ਜੋ ਵੀ ਇੰਸੀਡੈਂਟ ਵਾਪਰੇ ਨੇ, ਜੋ ਵੀ ਗੌਰਮੈਂਟ ਨੇ ਅਨਾਊਂਸਮੈਂਟ ਕੀਤੀ ਨੇ, ਤਾਂ ਨਿਕਲ ਕੇ ਸਾਹਮਣੇ ਕੀ ਆ ਰਿਹਾ? ਕਹਿੰਦੇ ਕੰਟਰੋਲ, ਫੋਕਸ ਕੰਟਰੋਲ ਉੱਪਰ ਹੈ, ਨਾ ਕਿ ਪ੍ਰੋਟੈਕਸ਼ਨ ਉੱਪਰ। ਗੌਰਮੈਂਟ ਸਾਡੇ ਪ੍ਰੋਟੈਕਸ਼ਨ ਉੱਪਰ ਗੱਲ ਨਹੀਂ ਕਰ ਰਹੀ, ਪਰਸਨਲ ਡਾਟਾ ਉੱਪਰ ਗੱਲ ਨਹੀਂ ਕਰ ਰਹੀ, ਸਿਰਫ ਕੰਟਰੋਲ ਉੱਪਰ ਗੱਲ ਕਰ ਰਹੀ ਹੈ। ਕਹਿੰਦੇ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ ਸਟਰਗਲਿੰਗ ਟੂ ਬੀ ਬੋਰਨ ਇਨ ਦਾ parliament despite the conception in 2018 it's more about control and surveillance than the about promoting the privacy and protection of data. ਕਹਿੰਦੇ ਕੁਛ ਐਗਜ਼ੈਂਪਸ਼ਨਸ ਵੀ ਦੇਤੀਆਂ, ਜਿਹੜਾ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ ਸੀ ਉਸ 'ਚ ਕੁਝ ਐਗਜ਼ੈਂਪਸ਼ਨਸ ਦਿੱਤੀਆਂ ਹੋਈਆਂ ਕਈ ਲੋਕਾਂ ਨੂੰ। ਓਕੇ, ਸੈਕਸ਼ਨ 35 which provide the government with the unfettered access to personal data negates the 3 tests of legality and necessity proportionality given by the Supreme Court Justice K.S. Putta Swamy.
ਕਹਿੰਦੇ ਗੌਰਮੈਂਟ ਜੇ ਪਰਸਨਲ ਡਾਟਾ ਦਾ ਸੈਸ ਲੈਣਾ ਚਾਹੀਦਾ ਤਾਂ ਇਹਨਾਂ ਚੀਜ਼ਾਂ ਤਿੰਨ ਚੀਜ਼ਾਂ ਟੈਸਟ ਹੋਣਾ ਹੀ ਚਾਹੀਦਾ, ਉਹਦੀ ਲੀਗੈਲਿਟੀ ਉੱਪਰ, ਉਹਦੀ ਨੈਸੈਸਿਟੀ ਉੱਪਰ, ਪਰਸਨੈਲਿਟੀ ਉੱਪਰ। ਠੀਕ ਹੈ। ਦ ਬਿੱਲ ਅਲਾਓ, ਠੀਕ ਹੈ, ਸਟੇਟ ਐਂਡ ਪ੍ਰਾਈਵੇਟ ਪਾਰਟੀਜ਼ ਟੂ ਪ੍ਰੋਸੈਸ, ਆ ਦੇਖੋ ਧਿਆਨ ਨਾਲ ਸੁਣੋ, to process personal data without obtaining consent, and such broad exemptions would not only open the floodgates for misuse but also reduce the Indian prospects of entering into bilateral arrangements of law enforcement says। ਤੇ ਆਪਾਂ क्या ਉਮੀਦ ਕਰਾਂਗੇ? ਠੀਕ ਹੈ ਨਾ, ਮਤਲਬ ਕਿ ਡਾਟਾ ਪ੍ਰੋਟੈਕਸ਼ਨ ਦੀ ਗੱਲ ਹੋ ਰਹੀ ਹੈ ਤਾਂ ਨੌਲੇਜ ਤਾਂ ਨਿਕਲ ਕੇ ਸਾਹਮਣੇ ਆਉਣੀ ਚਾਹੀਦੀ ਸਹੀ ਤਰੀਕੇ ਨਾਲ, ਕਿ ਪਤਾ ਤਾਂ ਲੱਗਣਾ ਚਾਹੀਦਾ ਕਿਸੇ ਦਾ ਤੁਸੀਂ ਪਰਸਨਲ ਡਾਟਾ ਚੱਕ ਰਹੇ ਹੋ ਬਿਨਾਂ ਉਸ ਤੋਂ ਪੁੱਛੇ क्या चीज़ सही रहेगी। कमेटी से भी मतलब डाटा प्रोटेक्शन की जो भी कमेटी से निकल के सामने आती है वो भी तुम खुद अपॉइंट करते हो, किस बेसिस उपर कर रहे हो कुछ नहीं पता। रिटायर्ड जो ब्यूरोक्रेट्स होंगे हैं उन्होंने एक तरीके नौकरी देने हो कमेटियां बिठा के। डन। हुण जे आपां इंपैक्ट्स की गल करिए तो फेक न्यूज़ सब तो वड्डी गल है, ईजी स्प्रैड टू फेक न्यूज़, क्योंकि डिजिटल मीडिया तुहानूं मॉब लिंचिंग तक पहुँचा रहे। किसी सीधे साधे बंदे नूं तुसीं जिहड़ा जिसने कोई गुनाह नहीं किया तुसीं उसनूं मरवाता। ठीक है ना। इस मैं ये नहीं कह रहा कि गौरमेंट गलत है, मेरा अज का टॉपिक शायद थोड़ा क्रिटिसाइज हो सकता है, मगर मेरा क्रिटिसाइज करने का मतलब बिल्कुल नहीं है। गौरमेंट कर रही है काम, ऐसा नहीं कोई कर नहीं रही, गल है कि किस चीज़ उपर ध्यान देने की लोड़ है, तो गौरमेंट की काम उस तो मतलब कि थोड़ा एक दूर है, मतलब कि कंट्रोल करने की कोशिश कर रही है। ठीक है। इन्फॉर्मेशन सही तरीके नाल मिल रही। ठीक है। कहते सानू की करने की लोड़ है। जे आप गल करिए सब तो पहली गल कि जे आप कोविड के टाइम सही तरीके से इन्फॉर्मेशन नहीं है। हुण जिहड़े दिल्ली राइट्स होए सी उस विच तुसीं देखो जिन्हें बंदे पकड़ना चाहिए से उन्होंने ना पकड़े दूजे बंदे पकड़िया जा रहा है। उन्होंने इन्फॉर्मेशन सही तरीके नाल हैडलाइन आ भी नहीं रही। डन। कहते वट नीड्स टू बी डन अ बैलेंस अप्रोच, देयर नीड टू बी अ गेट कीपर टू बैलेंस एडवर्टाइज फॉर टेक्नोलॉजी सिक्योरिटी एंड प्राइवेसी। मैं तुहानूं कहा ना बैलेंस अप्रोच बनाने की लोड़ है कि तुहानूं श्योर है कि तुसी अपने भारत के डाटे की मतलब कि प्रोटैक्ट करना चाहते हो, करो, मगर कंट्रोल तो ना करो ना, प्रोटैक्ट करो यार। डन। सो लॉन्ग हैज द गेट कीपर इज फॉर रेगुलेशन नॉट सर्विलियंस, सो लॉन्ग हैज टू कंप्लीटली द जेन्युइन इंडिपेंडेंट। इंटरनेट ओबर्ट्समैन, एक इंटरनेट ओबर्ट्समैन भी होना बहुत जरूरी है जो जिस विच एक्सपर्ट्स होणगे कादे साइबर इंटरनेट लॉज दे। ठीक है। जिन्होंने साइबर की जानकारी, साइबर सिक्योरिटी बारे जानकारी होएगी, इंटरनेट लॉ बारे जानकारी होएगी, IT बारे जानकारी होएगी, डाटा मैनेजमेंट बारे जानकारी होएगी, डाटा साइंस बारे जानकारी होएगी, डाटा सिक्योरिटी बारे जानकारी होएगी, पब्लिक एडमिनिस्ट्रेशन बारे जानकारी होएगी, नैशनल सिक्योरिटी बारे जानकारी होएगी। उस तरीके का ओबर्ट्समैन आना चाहिए ताकि लोगों को पता लगे, उन्होंने चीज़ों की अवेयरनेस तो रहे। कहते द नीड फॉर कॉन्स्टिट्यूशनल इंट्रेंचमेंट, कहते एनी डाटा प्रोटेक्शन बॉडी मस्ट बी अबंडेंटली इंडिपेंडेंट होनी चाहिए, वो ऑटोनोमस होनी चाहिए, उसको आज़ादी होनी चाहिए है, स्पैशली इन द मैनर ऑफ अपॉइंटमेंट ऑफ मैंबरस। कहते जी डाटा प्रोटेक्शन बॉडी होएगी उसको आज़ादी होवे अपने मैंबर चुनने की, ये ना हो रिटायर्ड ब्यूरोक्रेट्स बिठाता जाए वो गौरमेंट के हिसाब से काम करी जान, गौरमेंट अपना पॉलिटिकल एजेंडा चलाती रहे। कहते दे मस्ट नॉट बी अपॉइंटेंस ऑफ द एग्जीक्यूटिव अलोन बट मस्ट बी अपॉइंटेड ऑन द रिकमेंडेशन ऑफ द कमेटी हैविंग। ठीक है। बायस नहीं होना चाहिए, जो रिमूवल करना सिस्टम है वो भी बायस नहीं होना चाहिए, हमेशा सेम होना चाहिए जिवें आप सुप्रीम कोर्ट के किसी जज को रिमूव करते हैं। ठीक है। सैलरी भी उस हिसाब से ही होनी चाहिए है, जी डाटा प्रोटेक्शन बॉडी है उस जोड़े भी मैंबर बैठे। ठीक है फ्रेंड्स। उस तो बाद जो मैं अगे गल करा,
ਕਹਿੰਦਾ the incorporation of full-fledged data protection commission through a constitutional amendment must be initiated by the legislature as the replacement for the DPA in the current form। ਇੱਕ ਪੂਰੀ ਕਮਿਸ਼ਨ ਹੋਣੀ ਚਾਹੀਦੀ ਹੈ ਫੁੱਲ ਫਲੈਜਡ। ਠੀਕ ਹੈ ਫਰੈਂਡਸ। ਉਸ ਤੋਂ ਬਾਅਦ ਜੇ ਮੈਂ ਗੱਲ ਅੱਗੇ ਨਿਕਾਲ ਕੇ ਸਾਹਮਣੇ ਆਵਾਂ ਤਾਂ ਯੂਸੇਜ ਆਫ ਡਾਟਾ ਵਿਦ ਕੰਸੈਂਟ। ਠੀਕ ਹੈ, ਡਾਟਾ ਸ਼ੁੱਡ ਨੋਟ ਬੀ ਕਲੈਕਟਡ ਐਂਡ ਪ੍ਰੋਸੈਸ ਵਿਦਾਊਟ ਕੰਸੈਂਟ। ਬਿਜ਼ਨਸ ਜਿਹੜੇ ਹੈ ਡੈਟ ਵਾਇਲੇਟ ਦੀ ਪ੍ਰਿੰਸੀਪਲ ਵੁੱਡ ਆਲਸੋ ਵਾਇਲੇਟ ਦੀ ਇੰਡੀਅਨ ਕਨਸਟੀਟਿਊਸ਼ਨ ਨੋਰਮਸ ਆਫ ਇਨਫੋਰਮੇਸ਼ਨਲ ਪ੍ਰਾਈਵੇਸੀ ਹੈਜ਼ ਵੈਲ ਐਜ਼ ਦੀ ਪ੍ਰੋਪਰਟੀ ਇੰਟਰਸਟ ਆਫ ਯੂਜ਼ਰਸ। ਸੋ ਕਨਕਲੂਜਨ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜੇ ਆਪਾਂ ਹੁਣ ਤੱਕ ਜਿੰਨੀ ਵੀ ਗੱਲ ਕੀਤੀ ਹੈ, ਕਹਿੰਦੇ ਕੰਟਰੀ ਲਾਈਕ ਇੰਡੀਆ ਵਿਦ ਦੀ ਲੋ ਲੈਵਲ ਆਫ ਦੀ ਅਸੈਸ ਟੂ ਕ੍ਰੈਡਿਟ ਇੰਸ਼ੋਰੈਂਸ ਐਂਡ ਅਦਰ ਫਾਈਨੈਂਸ਼ੀਅਲ ਸਰਵਿਸ may potentially make very different trade-off between the need for such access on the one hand and the need for information privacy on the other. So therefore a law sanctioning collection of data and requiring the government to follow the crucial data protection and surveillance principle in the need of the hour। ਕਹਿਣ ਦਾ ਭਾਵ ਇਹ ਹੈ ਕਿ ਇੱਕ ਪਾਸੇ ਸਾਨੂੰ ਇੰਸ਼ੋਰੈਂਸ ਦਾ ਸਹੀ ਤਰੀਕੇ ਨਾਲ ਨਹੀਂ ਹੈ, ਉਹਦਾ ਜਿਹੜਾ ਸਾਨੂੰ ਕ੍ਰੈਡਿਟ ਉਹ ਸਹੀ ਤਰੀਕੇ ਨਾਲ ਨਹੀਂ ਹੈ, ਫਾਈਨੈਂਸ਼ੀਅਲ ਸਰਵਿਸ ਸਹੀ ਤਰੀਕੇ ਨਾਲ ਨਹੀਂ ਮਿਲ ਰਹੀ। ਠੀਕ ਹੈ, ਇੱਕ ਹੱਥ ਤਾਂ ਇਹ ਸਹੀ ਤਰੀਕੇ ਨਾਲ ਮਿਲਣਾ ਚਾਹੀਦਾ, ਦੂਜੇ ਹੱਥ ਜਿਹੜਾ ਸਾਡਾ ਡਾਟਾ ਦਾ ਪ੍ਰੋਟੈਕਸ਼ਨ ਆ ਉਹ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ। ਕਹਿੰਦੇ ਇਹ ਲੋੜ ਆ, ਅੱਜ ਦੇ ਸਮੇਂ ਦੀ ਲੋੜ ਹੈ। ਠੀਕ ਹੈ ਫਰੈਂਡਸ, ਕਿ ਗੌਰਮੈਂਟ ਸਹੀ ਤਰੀਕੇ ਨਾਲ ਕੰਮ ਕਰੇ, ਕਾਨੂੰਨ ਦੇ ਹਿਸਾਬ ਨਾਲ ਕੰਮ ਕਰੇ, ਪਬਲਿਕ ਕੰਸੈਂਟ ਹੋਣਾ ਚਾਹੀਦਾ, ਪਬਲਿਕ ਓਪੀਨੀਅਨ ਹੋਣਾ ਚਾਹੀਦਾ। ਜਿਹੜਾ ਵੀ ਕਲੈਕਟ ਕਰੇ ਡਾਟਾ ਉਹ ਸਿਰਫ ਗੌਰਮੈਂਟ ਮਤਲਬ ਕਿ ਪਬਲਿਕ ਇੰਟਰਸਟ ਉੱਪਰ ਹੋਵੇ, ਪਬਲਿਕ ਦੀ ਭਲਾਈ ਲਈ ਹੋਵੇ, ਕੁਝ ਪ੍ਰਿੰਸੀਪਲਸ ਨੂੰ ਫੋਲੋ ਕਰੇ। ਇਹ ਅੱਜ ਦੇ ਸਮੇਂ ਦੀ ਲੋੜ ਹੈ। ਠੀਕ ਹੈ ਫਰੈਂਡਸ, ਸੋ ਇਸੀ ਐਂਡ ਨਾਲ ਜੇ ਮੈਂ ਗੱਲ ਕਰਾਂ ਕਨਕਲੂਜਨ ਆਪਣੇ ਨਿਕਾਲ ਕੇ ਸਾਹਮਣੇ ਆਇਆ। ਠੀਕ ਹੈ, ਸੋ ਇਸ ਤਰੀਕੇ ਨਾਲ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਡਾਟੇ ਦੇ ਨੂੰ ਲੈ ਕੇ ਆਪਣੇ ਉਰੇ ਕੀ ਸਿਸਟਮ ਹੈ। ਹੁਣ ਇਸ ਨੂੰ ਤੁਸੀਂ ਜਿਸ ਮਰਜ਼ੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ। ਮੈਂ ਜਿੰਨਾ ਤੁਹਾਨੂੰ ਸਮਝਾਇਆ ਨਾ, ਇਹ ਆਨਸਰ ਜਿਵੇਂ ਮਰਜ਼ੀ ਪੁੱਛਿਆ ਜਾ ਸਕਦਾ। ਠੀਕ ਹੈ, ਕਦੇ ਵੀ ਧਿਆਨ ਰੱਖਣਾ ਕਿ ਕਦੇ ਵੀ ਤੁਹਾਨੂੰ ਆਪਣੇ ਕੰਟਰੀ ਤੋਂ ਅੰਗੇਂਸਟ ਨਹੀਂ ਲਿਖਣਾ, ਬੈਲੈਂਸ ਅਪਰੋਚ ਬਣਾਉਣੀ ਹੈ। ਇਹ ਇੱਕ ਬੈਲੈਂਸ ਕਨਕਲੂਜਨ ਹੈ। ਡਨ। ਕਦੇ ਵੀ ਅੰਗੇਂਸਟ ਨਹੀਂ ਲਿਖਣਾ, ਨੈਗੇਟਿਵ ਨਹੀਂ ਲਿਖਣਾ, ਮਾਰਕਸ ਨਹੀਂ ਮਿਲਣੇ ਤੁਹਾਨੂੰ। ਹਮੇਸ਼ਾ ਤੁਹਾਨੂੰ ਬੈਲੈਂਸ ਅਪਰੋਚ ਅਪਣਾਉਣੀ, ਕੁਛ ਨੈਗੇਟਿਵ ਦੱਸਣਾ ਅਤੇ ਕੁਛ ਜਿਹੜਾ ਵੇ ਹੈਡ ਹੈ ਨਾ, ਆ ਦੇਖੋ ਮੈਂ ਜਿਹੜਾ ਵੇ ਹੈਡ ਹੈ ਉਹ ਹਮੇਸ਼ਾ ਪੋਜ਼ੀਟਿਵ ਦੱਸਣਾ ਤੁਹਾਨੂੰ। ਠੀਕ ਹੈ ਫਰੈਂਡਸ, ਹੁਣ ਇਸ ਨੂੰ ਲੈ ਕੇ ਕੋਈ ਵੀ ਕੁਐਸਚਨ ਬਣ ਸਕਦਾ, ਡਾਟਾ ਸਿਕਿਉਰਿਟੀ ਉੱਪਰ ਕੋਈ ਕੁਐਸਚਨ ਆ ਸਕਦਾ, ਤਾਂ ਤੁਸੀਂ ਇਹਦਾ ਯੂਜ਼ ਕਰ ਸਕਦੇ ਹੋ, ਇਸ ਇਨਫੋਰਮੇਸ਼ਨ ਦਾ ਯੂਜ਼ ਕਰ ਸਕਦੇ ਹੋ। ਇੱਕ ਕੇਸ ਜਿਹੜਾ ਉੱਪਰ ਪੁੱਟਾ ਸਵਾਮੀ ਦਾ ਕੇਸ ਸੀ 2017 ਦਾ, ਉਹ ਯੂਜ਼ ਕਰ ਸਕਦੇ ਹੋ ਵਰਸਿਸ ਯੂਨੀਅਨ ਆਫ ਇੰਡੀਆ ਦਾ, ਜਿਸ 'ਤੇ ਫੰਡਾਮੈਂਟਲ ਰਾਈਟ ਆਖਿਆ ਸੀ। ਠੀਕ ਹੈ, ਸੋ ਥੈਂਕ ਯੂ ਵੈਰੀ ਮਚ। ਸੋ ਅੱਜ ਆਪਾਂ ਇੱਕੋ ਟੋਪਿਕ ਡਿਸਕਸ ਕੀਤਾ, ਬਹੁਤ ਵੱਡਾ ਸੀ ਆਪਣਾ। ਦੈਨ ਪਹਿਲਾਂ ਤਾਂ ਮੈਂ ਤੁਹਾਨੂੰ ਨੋਰਮਲ ਡਿਸਕਸ ਕਰ ਲੈਂਦਾ ਸੀ, ਤਾਂ ਵਿੱਚ ਆਪਾਂ ਇਵੇਂ ਵੀ ਡਿਸਕਸ ਕਰਾਂਗੇ। ਇਸ ਤਰ੍ਹਾਂ ਸਾਡੀ ਪ੍ਰੈਕਟਿਸ ਹੀ ਹੁੰਦੀ ਜਾਏਗੀ। ਜੇ ਮੇਰੇ ਬੋਲਦੇ ਹੋਇਆ ਜੇ ਤੁਹਾਨੂੰ ਕੋਈ ਚੀਜ਼ ਐਸੀ ਸਮਝ ਨਾ ਹੀ ਹੋਵੇ ਤਾਂ ਮੇਰੇ ਵੱਲੋਂ ਮਾਫੀ। ਠੀਕ ਹੈ, ਅਤੇ ਕੰਟੀਨਿਊਸਲੀ ਲੈਕਚਰ ਦੇਖਦੇ ਰਹੋ। ਇਹ ਤੁਹਾਡੇ ਲਈ ਬਣਾ ਰਿਹਾ, ਸਿਰਫ ਤੁਹਾਡੇ ਲਈ ਹੀ ਕਰ ਰਿਹਾ ਮੈਂ। ਟੇਕ ਕੇਅਰ।